ਕਾਰਨ ਕੀ ਰਹੇ ਸੁਮੇਧ ਸਿੰਘ ਸੈਣੀ ਨੇ ਤੁਹਾਨੂੰ ਚੱਕ ਕੇ ਇਸ ਤਰ੍ਹਾਂ ਟੌਰਚਰ ਕੀਤਾ? ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਭਾਈ ਦਲਜੀਤ ਸਿੰਘ ਬਿੱਟੂ ਵਾਲੀ ਸੀ, ਉਹਦਾ ਮੈਂ ਜਥੇਬੰਦਕ ਸਕੱਤਰ ਸੀਗਾ। ਭਾਈ ਗੁਰਮੀਤ ਸਿੰਘ ਰੋਪੜ ਵਾਲਾ ਉਹਦਾ ਪ੍ਰਚਾਰ ਸਕੱਤਰ ਸੀ ਜ਼ਿਲ੍ਹੇ ਦਾ, ਅਤੇ ਭਾਈ ਬਲਦੇਵ ਸਿੰਘ ਭੱਖੂ ਮਾਜਰਾ ਸੀ ਜਿਹੜਾ ਉਹ ਆਪਣਾ ਜ਼ਿਲ੍ਹੇ ਦਾ ਪ੍ਰਧਾਨ ਸੀ। ਉਹਦੇ ਨਾਲ ਜੁੜੇ ਹੋਏ ਜਿੰਨੇ ਵੀ ਬੰਦੇ ਸੀ ਉਹਨਾਂ 'ਤੇ ਤਸ਼ੱਦਦ ਸ਼ੁਰੂ ਹੋ ਗਿਆ ਸੀ, ਚੱਕ ਚਕਾਈ, ਅਤੇ ਫਿਰ ਅਸੀਂ ਰੂਹ ਪੋਸ਼ ਹੋ ਗਏ ਸੀ। ਉਹਨਾਂ ਨੇ ਇੱਕ ਗੋਲੀ ਚਲਾਈ ਪਹਿਲਾਂ, ਫਿਰ ਨਾਲ ਹੀ ਮੈਨੂੰ ਕੈਚ ਕਰ ਲਿਆ, ਨਾਲ ਹੀ 5-7 ਸਕਿੰਟਾਂ ਦੇ ਵਿੱਚ ਹੀ ਦੂਸਰੀ ਗੋਲੀ, ਫਿਰ ਮੈਨੂੰ ਹੱਥ ਬੰਨ੍ਹ ਕੇ ਉਹਨਾਂ ਨੇ ਜਿਪਸੀ 'ਚ ਘੇਰ ਲਿਆ। ਜਿੱਥੇ ਤੁਹਾਨੂੰ ਫੜਿਆ ਜਿਸ ਦੇ ਕੱਪੜੇ ਸੌਣ ਲੱਗੇ ਉੱਥੇ ਥਾਂ ਹੀ ਮਾਰਦੇ ਸੀ। ਕੁਛ ਹੀ ਮਿੰਟਾਂ ਵਿੱਚ ਸੁਮੇਧ ਸੈਣੀ ਉਹ ਹੱਥ 'ਚ ਪਿਸਟਲ ਫੜੀ ਹੋਈ ਸੀ, ਇੱਥੇ ਖੂਨ ਲੱਗਿਆ ਹੋਇਆ ਸੀ ਉਹਦਾ ਛਾਤੀ ਪਰ। ਉਹ ਆਇਆ, ਉਹਨੇ ਆ ਕੇ ਕਿਹਾ ਵੀ ਤੇਰੇ ਨਾਲ ਵਾਲੇ ਤਾਂ ਫਟਕਾ ਦਿੱਤੇ, ਵੀ ਤੈਨੂੰ ਹੁਣ ਕੁਛ ਦਿਨਾਂ ਦੇ ਵਿੱਚ ਤੇਰਾ ਵੀ ਕਰ ਦੇਗਾ। ਜਿਹੜਾ ਟੌਰਚਰ ਕੇਂਦਰ ਸੀਗਾ ਜਿਹੜਾ ਇਹਨਾਂ ਦਾ, ਉੱਥੇ ਲੈ ਗਏ। ਉੱਥੇ ਫਿਰ ਦਿਨ ਰਾਤ ਟੌਰਚਰ ਸਟਾਰਟ ਹੋ ਗਿਆ। ਦਿਨੇ ਥੋੜ੍ਹਾ ਘੱਟ ਹੁੰਦਾ ਸੀ, ਰਾਤ ਨੂੰ ਫਿਰ ਸੁਮੇਧ ਸੈਣੀ ਆਪ ਖੁਦ 8 ਵਜੇ ਆ ਜਾਂਦਾ ਸੀ। ਯਾਨੀ ਸੁਮੇਧ ਸਿੰਘ ਸੈਣੀ ਜਿਹੜੇ ਸੀ ਉਹ SSP ਚੰਡੀਗੜ੍ਹ ਖੁਦ ਆ ਕੇ ਤੁਹਾਨੂੰ ਇੰਟੈਰੋਗੇਟ ਟੌਰਚਰ ਕਰਦੇ ਸੀਗੇ। ਅਲਪ ਨੰਗਾ ਕਰਕੇ ਫਿਰ ਕਰੰਟ ਲਾਉਂਦੇ ਸੀ, ਗੁਪਤ ਅੰਗਾਂ 'ਤੇ ਵੀ ਲਾਉਂਦੇ ਸੀ, ਅਤੇ ਕੰਨਾਂ ਨੂੰ ਲਾ ਕੇ ਇੱਥੇ ਚੂੜੀਆਂ ਜਿਹੀਆਂ ਦਿਮਾਗ ਨੂੰ ਲਾਉਂਦੇ ਸੀ ਕਰੰਟ। ਇੱਕ ਘੋਟਾ 90 ਕਿਲੋ ਦਾ ਲੋਹੇ ਦਾ ਹੁੰਦਾ ਹੈ, ਉਹ ਘੁਮਾਉਂਦੇ ਸੀ, ਫਿਰ ਚੱਡੇ ਪਾੜਦੇ ਸੀ ਲੱਤਾਂ ਖੋਲ੍ਹ ਕੇ, ਫਿਰ ਠੁੱਡੇ ਮਾਰਦੇ ਸੀ ਮਤਲਬ ਗੁਪਤ ਅੰਗਾਂ ਦੇ ਉੱਤੇ। ਉੱਪਰ ਬੈਂਚ ਦੇ ਉੱਪਰ ਥੱਲੇ ਨੂੰ ਲੱਤਾਂ ਕਰ ਲੈਂਦੇ, ਬੰਨ੍ਹ ਲੈਂਦੇ, ਬਾਹਾਂ ਬੰਨ੍ਹ ਲੈਂਦੇ ਆ, ਫਿਰ ਉੱਪਰ ਇੱਕ ਮੂੰਹ ਪਰ ਕੱਪੜਾ ਬੰਨ੍ਹ ਕੇ ਦੋ ਸਾਈਡ 'ਤੇ ਬਾਲਟੇ ਬੜੇ ਪਾਣੀ ਦੇ ਭਰ ਲੈਂਦੇ ਆ, ਅਤੇ ਉਹ ਫਿਰ ਜੱਗ ਲੈ ਕੇ ਉਹ ਪਾਣੀ ਮਾਰਦਾ, ਫਿਰ ਉਹ ਮਾਰਦਾ, ਫਿਰ ਇੱਦਾਂ ਜਦੋਂ ਸਾਹ ਬੰਦ ਹੁੰਦਾ ਬੰਦਾ ਅੰਦਰ ਨੂੰ ਪਾਣੀ ਖਿੱਚਦਾ। ਫਿਰ ਉਹ ਮਤਲਬ ਇੰਨੀ ਜ਼ਿਆਦਾ ਮੁਸ਼ਕਿਲ ਹੁੰਦੀ ਹੈ ਜਿੱਦਾਂ ਦਰਿਆ 'ਚ ਜਾਂ ਨਹਿਰ 'ਚ ਬੰਦਾ ਡੁੱਬ ਰਿਹਾ ਹੁੰਦਾ। ਤੁਸੀਂ ਕਿਵੇਂ ਸ਼ੋਰ ਹੋ ਕਿ ਇਹ ਸਾਰੇ ਹੁਕਮ ਸੁਮੇਧ ਸਿੰਘ ਸੈਣੀ ਦੇ? ਸਾਡੇ ਸਾਹਮਣੇ ਹੁਕਮ ਕਰਦੇ ਸੀ, ਸਾਡੇ ਸਾਹਮਣੇ ਹੋਰ ਵੀ ਬੰਦੇ, ਕੋਈ ਇੱਕ ਮੁੰਡਾ ਸੀਗਾ ਅੰਮ੍ਰਿਤਸਰ ਸਾਈਡ ਦਾ, ਮੈਨੂੰ ਨਾਂ ਨਹੀਂ ਪਤਾ, ਬੜਾ ਲੰਬਾ ਲੰਝਾ ਮੁੰਡਾ ਸੀ, ਉਹ ਵੀ ਸਾਡੇ ਸਾਹਮਣੇ ਇਹਨਾਂ ਨੇ ਉੱਥੇ ਭੇਜਿਆ, ਕਹਿੰਦਾ ਇਹਨੂੰ ਮਾਰ ਕੇ ਉੱਥੇ ਘੇਰਿਆ ਉਹ ਫਲਾਣੀ ਜਗ੍ਹਾ। ਰੋਜ਼ਾਨਾ ਲੋਕਨਾਥ TV ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਇੰਨੇ ਦਿਨੀ ਮੁਸ਼ਕਲਾਂ ਦੇ ਵਿੱਚ ਘਿਰੇ ਹੋਏ ਦਿਖਾਈ ਦੇ ਰਹੇ ਨੇ, ਤੇ ਉਹ ਇਸ ਵਕਤ ਪੰਜਾਬ ਪੁਲਿਸ ਤੋਂ ਭਗੌੜੇ ਵੀ ਦੱਸੇ ਜਾ ਰਹੇ ਨੇ। ਗ੍ਰਿਫਤਾਰੀ ਦੇ ਲਈ ਪੰਜਾਬ ਪੁਲਿਸ ਵਾਰ-ਵਾਰ ਛਾਪੇਮਾਰੀ ਕਰ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਮਿਲ ਨਹੀਂ ਰਹੇ। ਕਾਰਨ ਇਹ ਰਿਹਾ ਕਿ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਉਹਨਾਂ 'ਤੇ ਪੈ ਚੁੱਕਿਆ ਹੈ। ਪਹਿਲਾਂ ਅਗਵਾ ਮਾਮਲਾ ਸੀ, ਫਿਰ ਹੁਣ ਉਹਨਾਂ ਦੇ ਉੱਪਰ ਧਾਰਾ 302 ਲੱਗ ਚੁੱਕੀ ਹੈ। ਸਾਡੇ ਨਾਲ ਇੱਕ ਹੋਰ ਚਸ਼ਮਦੀਦ ਸਾਹਮਣੇ ਆਏ ਨੇ ਜਿਨ੍ਹਾਂ ਨੇ ਸੁਮੇਧ ਸਿੰਘ ਸੈਣੀ ਦਾ ਤਸ਼ੱਦਦ ਆਪਣੇ ਪਿੰਡੇ 'ਤੇ ਹੰਢਾਇਆ। ਹਰਵਿੰਦਰ ਸਿੰਘ ਗਿਆਨੀ ਜਿਹੜੇ ਹੈਗੇ 1991 ਦੇ ਵਿੱਚ ਸੁਮੇਧ ਸਿੰਘ ਸੈਣੀ ਦਾ ਤਸ਼ੱਦਦ ਆਪਣੇ ਪਿੰਡੇ ਦੇ ਉੱਪਰ ਹੰਢਾ ਚੁੱਕੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਕਹਾਣੀ ਜਾਣਾਂਗੇ ਕਿ ਕੀ ਕਾਰਨ ਰਹੇ ਸੀ ਕਿ ਸੁਮੇਧ ਸਿੰਘ ਸੈਣੀ ਨੇ ਉਹਨਾਂ 'ਤੇ ਇਸ ਕਦਰ ਤਸ਼ੱਦਦ ਢਾਇਆ। ਮੇਰੇ ਨਾਲ ਨੇ ਹਰਵਿੰਦਰ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਇਹ ਦੱਸੋ ਕਿ ਕਾਰਨ ਕੀ ਰਹੇ ਸੁਮੇਧ ਸਿੰਘ ਸੈਣੀ ਨੇ ਤੁਹਾਨੂੰ ਚੱਕ ਕੇ ਇਸ ਤਰ੍ਹਾਂ ਟੌਰਚਰ ਕੀਤਾ? ਲੋਕਨਾਥ ਚੈਨਲ ਨੂੰ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। 4 ਮਈ 1991 ਨੂੰ ਮੈਂ ਪਰਮਿੰਦਰ ਸਿੰਘ ਰਾਜਾ ਅਤੇ ਗੁਰਮੀਤ ਸਿੰਘ ਰੋਪੜ ਅਸੀਂ ਦਿੱਲੀ 'ਚ ਕਮਰਾ ਲਿਆ ਹੋਇਆ ਸੀ, ਕਿਰਾਏ ਪਰ ਮਕਾਨ, ਅਤੇ ਉੱਥੇ ਅਸੀਂ ਰਹਿੰਦੇ ਸੀ। ਉੱਥੋਂ ਅਸੀਂ ਬੱਸ 'ਤੇ ਆਏ ਚੰਡੀਗੜ੍ਹ। ਦਿੱਲੀ ਤੁਸੀਂ ਕੀ ਕਰਨ ਵਾਸਤੇ ਰਹਿ ਰਹੇ ਸੀ ਤੇ ਚੰਡੀਗੜ੍ਹ ਫਿਰ ਕਿਵੇਂ ਆਏ? ਕਿਉਂਕਿ ਅਸੀਂ ਸਿੱਖ ਸੰਘਰਸ਼ ਦਾ ਹੀ ਹਿੱਸਾ ਸੀ। ਖੜਕੂਵਾਦ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਸੀ ਮਤਲਬ? ਹਾਂਜੀ, ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਭਾਈ ਦਲਜੀਤ ਸਿੰਘ ਬਿੱਟੂ ਵਾਲੀ ਸੀ, ਉਹਦਾ ਮੈਂ ਜਥੇਬੰਦਕ ਸਕੱਤਰ ਸੀਗਾ। ਭਾਈ ਗੁਰਮੀਤ ਸਿੰਘ ਰੋਪੜ ਵਾਲਾ ਉਹਦਾ ਪ੍ਰਚਾਰ ਸਕੱਤਰ ਸੀ ਜ਼ਿਲ੍ਹੇ ਦਾ, ਅਤੇ ਭਾਈ ਬਲਦੇਵ ਸਿੰਘ ਭੱਖੂ ਮਾਜਰਾ ਸੀ ਜਿਹੜਾ ਉਹ ਆਪਣਾ ਜ਼ਿਲ੍ਹੇ ਦਾ ਪ੍ਰਧਾਨ ਸੀ। ਅਤੇ ਉਹ ਜਥੇਬੰਦੀ ਸੀ ਜਿਹੜੀ ਉਹ ਪੰਜਾਬ ਸਰਕਾਰ ਨੇ ਅਤੇ ਭਾਰਤ ਸਰਕਾਰ ਨੇ ਉਹਦੇ 'ਤੇ ਬੰਦਸ਼ ਲਾਤੀ ਸੀ, ਬੈਨ ਕਰਤੀ ਸੀ। ਉਸ ਤੋਂ ਬਾਅਦ ਉਹਦੇ ਨਾਲ ਜੁੜੇ ਹੋਏ ਜਿੰਨੇ ਵੀ ਬੰਦੇ ਸੀ ਉਹਨਾਂ 'ਤੇ ਤਸ਼ੱਦਦ ਸ਼ੁਰੂ ਹੋ ਗਿਆ ਸੀ, ਚੱਕ ਚਕਾਈ, ਅਤੇ ਫਿਰ ਅਸੀਂ ਰੂਹ ਪੋਸ਼ ਹੋ ਗਏ ਸੀ। ਰੂਹ ਪੋਸ਼ ਹੋਣ ਤੋਂ ਬਾਅਦ ਅਸੀਂ ਫਿਰ ਇੱਥੇ ਵੀ ਵਿਚਰੇ, ਅਤੇ ਜਥੇਬੰਦਕ ਤੌਰ 'ਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ, ਸੰਘਰਸ਼ ਨੂੰ ਮਜ਼ਬੂਤ ਕਰਨ ਵਾਸਤੇ ਫਿਰ ਅਸੀਂ ਦਿੱਲੀ ਮਕਾਨ ਸੀ ਜਿਹੜਾ ਉਹ ਕਿਰਾਏ 'ਤੇ ਲਿਆ ਸੀ। ਆਪਣੇ ਆਪ ਨੂੰ ਬਚਾਉਣ ਦੇ ਲਈ ਤੁਸੀਂ ਇੱਥੋਂ ਦਿੱਲੀ ਜਾਣਾ ਬਿਹਤਰ ਸਮਝਿਆ? ਹਾਂਜੀ, ਅਸੀਂ ਦਿੱਲੀ ਥੋੜ੍ਹਾ ਆਪਣੇ ਆਪ ਨੂੰ ਸੇਫ ਸਮਝਿਆ,
ਤੇ ਇੱਥੇ ਫਿਰ ਅਸੀਂ ਆਏ ਸੀ 3 ਬੰਦੇ। ਜਿਹੜਾ ਪਰਮਿੰਦਰ ਸਿੰਘ ਬੌਸ ਸੀਗਾ ਉਹ ਬੱਸ ਦੇ ਵਿੱਚ ਹੀ ਹੋਰ ਅੱਗੇ ਕੋਈ ਕੰਮ ਆਇਆ ਸੀ ਕਿਸੇ ਨੂੰ ਮਿਲਣ, ਉਹ ਅੱਗੇ ਚਲੇ ਗਿਆ। ਤੇ ਮੈਂ ਤੇ ਗੁਰਮੀਤ ਸਿੰਘ ਰੋਪੜ ਸੀ ਜਿਹੜੇ, ਉਹ ਅਸੀਂ ਕਿਉਂਕਿ ਬਲਦੇਵ ਸਿੰਘ ਭੱਖੂ ਮਾਜਰਾ ਜਿਹੜਾ ਸਾਡਾ ਜ਼ਿਲ੍ਹੇ ਦਾ ਪ੍ਰਧਾਨ ਸੀ ਉਹਨੇ ਸਾਡੇ ਨਾਲ ਮੀਟਿੰਗ ਕਰਨੀ ਸੀ। ਤੋ ਅਸੀਂ ਉੱਥੇ ਇੱਕ 45 ਸੈਕਟਰ ਦੇ ਵਿੱਚ ਡੈਰੀ ਸੀਗੀ ਜਰਨੈਲ ਸਿੰਘ ਕਕਰਾਲੀ ਦੀ, ਫਿਰ ਅਸੀਂ ਉੱਥੇ ਆ ਗਏ ਸੀ। ਫਿਰ ਅਸੀਂ ਬਲਦੇਵ ਸਿੰਘ ਭੱਖੂ ਮਾਜਰੇ ਨੂੰ ਮਿਲਣ ਤੋਂ ਬਾਅਦ ਅਸੀਂ ਕੱਪੜੇ ਖਰੀਦੇ ਉੱਥੋਂ 45 ਸੈਕਟਰ ਦੀ ਮਾਰਕੀਟ ਤੋਂ, ਅਸੀਂ ਚੰਡੀਗੜ੍ਹ ਤੋਂ। ਅਸੀਂ ਨਾਪ ਦੇ ਰਹੇ ਸੀ। ਜਦੋਂ ਨਾਪ ਦੇ ਰਹੇ ਸੀ ਤਾਂ ਉੱਥੇ ਇੱਕ ਚਿੱਟੀ ਵੈਨ ਕਾਲੇ ਸ਼ੀਸ਼ਿਆਂ ਵਾਲੀ, ਜਿਹੜੀ ਕਿ ਅਕਸਰ ਹੀ ਮਸ਼ਹੂਰ ਹੁੰਦਾ ਸੀ ਉਦੋਂ ਵੀ, ਉਹਦੇ 'ਚ ਪੁਲਿਸ ਕੈਟ ਹੁੰਦੇ ਸੀਗੇ, ਉਹ ਆਈ। ਉਹਨੂੰ ਦੇਖ ਕੇ ਮੇਰੇ ਨਾਲ ਵਾਲੇ ਸਿੰਘ ਸੀ ਜਿਹੜੇ ਗੁਰਮੀਤ ਸਿੰਘ ਰੋਪੜ ਅਤੇ ਬਲਦੇਵ ਸਿੰਘ ਭੱਖੂ ਮਾਜਰਾ, ਉਹ ਖਿਸਕੇ ਸਾਈਡ ਨੂੰ, ਵੀ ਪਤਾ ਤਾਂ ਲੱਗ ਹੀ ਗਿਆ ਸੀ ਵੀ ਇਹ ਉਹਨਾਂ ਦੀ ਕੈਟਾਂ ਦੀ ਵੈਨ ਆ। ਅਤੇ ਉਹ ਖਿਸਕ ਕੇ ਥੋੜ੍ਹਾ ਜਿਹਾ ਹੀ ਅੱਗੇ ਗਏ, ਉੱਥੇ ਚੱਪੇ ਚੱਪੇ 'ਤੇ ਪੁਲਿਸ ਸੀਗੀ ਸਿਵਲ ਵਰਦੀ ਦੇ ਵਿੱਚ। ਉਹ ਬਾਅਦ ਵਿੱਚ ਸਾਨੂੰ ਜਿਹੜਾ ਪਤਾ ਲੱਗਿਆ ਉਹਨਾਂ ਨੇ ਇੱਕ ਗੋਲੀ ਚਲਾਈ ਪਹਿਲਾਂ, ਫਿਰ ਨਾਲ ਹੀ ਮੈਨੂੰ ਕੈਚ ਕਰ ਲਿਆ, ਨਾਲ ਹੀ 5-7 ਸਕਿੰਟਾਂ ਦੇ ਵਿੱਚ ਹੀ ਦੂਸਰੀ ਗੋਲੀ। ਫਿਰ ਮੈਨੂੰ ਹੱਥ ਬੰਨ੍ਹ ਕੇ ਉਹਨਾਂ ਨੇ ਜਿਪਸੀ 'ਚ ਘੇਰ ਲਿਆ, ਪਿੱਛੇ ਨੂੰ ਹੱਥ ਬੰਨ੍ਹ ਕੇ। ਫਿਰ ਕੁਛ ਹੀ ਮਿੰਟਾਂ ਵਿੱਚ ਸਮੇਤ ਸੈਣੀ, ਉਹ ਹੱਥ 'ਚ ਪਿਸਟਲ ਫੜੀ ਹੋਈ ਸੀ, ਇੱਥੇ ਖੂਨ ਲੱਗਿਆ ਹੋਇਆ ਸੀ ਉਹਦਾ ਛਾਤੀ ਪਰ। ਉਹ ਆਇਆ, ਉਹਨੇ ਆ ਕੇ ਕਿਹਾ ਵੀ ਤੇਰੇ ਨਾਲ ਵਾਲੇ ਤਾਂ ਫੜਕਾ ਦਿੱਤੇ, ਵੀ ਤੈਨੂੰ ਹੁਣ ਕੁਛ ਦਿਨਾਂ ਦੇ ਵਿੱਚ ਤੇਰਾ ਵੀ ਕਰ ਦੇ ਕੰਮ। ਜਿੱਥੇ ਤੁਸੀਂ ਫੜੇ ਹੋਏ ਸੀ, ਜਿੱਥੇ ਤੁਹਾਨੂੰ ਫੜਿਆ, ਜਿਸ ਦੇ ਕੱਪੜੇ ਸਵਾਉਣ ਲੱਗੇ, ਉੱਥੇ ਥਾਂ ਹੀ ਮਾਰਦੇ ਸੀ ਉਹ? ਨਹੀਂ, ਉਹ ਜਦੋਂ ਖਿਸਕਣ ਲੱਗੇ ਥੋੜ੍ਹਾ ਜਿਹਾ ਅੱਗੇ ਗਏ ਆ, ਅੱਗੇ ਜਾ ਕੇ ਮਾੜਾ ਜਿਹਾ ਮੋੜ ਉਹਨਾਂ ਨੇ ਕੱਟਣ ਦੀ ਕੋਸ਼ਿਸ਼ ਕਰੀ ਤਾਂ ਉੱਥੇ ਪੁਲਿਸ ਨੇ ਹਾਂ, ਜਿਹਦੇ ਸਮੇਤ ਸੈਣੀ ਖੁਦ ਆਪ ਉਸ ਐਨਕਾਊਂਟਰ ਦੇ ਵਿੱਚ ਸੀਗਾ ਸ਼ਾਮਲ ਸੀ। ਉਹ ਮਾਰ ਕੇ ਤੁਹਾਡੇ ਕੋਲ ਨੂੰ ਆ ਗਏ ਜੀ? ਹਾਂਜੀ, ਉਹ ਫਿਰ ਮਾਰ ਕੇ ਸਮੇਤ ਸੈਣੀ ਮੇਰੇ ਕੋਲ ਆ ਕੇ ਉਹਨੇ ਫਿਰ ਮੈਨੂੰ ਕਿਹਾ ਵੀ ਉਹ ਤਾਂ ਤੇਰੇ ਨਾਲ ਵਾਲੇ ਤਾਂ ਫੜਕਾ ਦਿੱਤੇ, ਵੀ ਤੈਨੂੰ ਵੀ ਕੁਝ ਦਿਨਾਂ ਦੇ ਵਿੱਚ ਹੀ ਕਰ ਦੇਵਾਂਗੇ ਤੇਰਾ ਵੀ ਕੰਮ। ਤੁਹਾਨੂੰ ਫਿਰ ਫੜ ਕੇ ਕਿੱਥੇ ਲੈ ਕੇ ਗਏ? ਸਾਨੂੰ ਪਹਿਲਾਂ ਥਾਣਾ 34 ਦੇ ਵਿੱਚ ਇਹਨਾਂ ਨੇ ਉੱਥੇ, ਕਿਉਂਕਿ ਇਕੱਲੇ ਹੀ ਸੀਗੇ? ਨਹੀਂ, ਮੇਰੇ ਨਾਲ ਜਰਨੈਲ ਸਿੰਘ ਸੀ, ਇੱਕ ਮੁੰਡਾ ਹੋਰ ਸੀ ਉਹਦੇ ਨਾਲ, ਜਰਨੈਲ ਸਿੰਘ ਕਕਰਾਲੀ ਪਿੰਡ ਤੋਂ ਸੀ, ਜਿਹਦੀ ਡੈਰੀ ਸੀ ਜਿੱਥੇ ਅਸੀਂ ਗਏ ਸੀ, ਉਹ ਵੀ ਨਾਲੇ ਫੜ ਲਏ ਸੀ। ਅਤੇ ਫਿਰ ਅਸੀਂ ਸਾਨੂੰ ਉੱਥੇ ਤਸ਼ੱਦਦ ਕਰਿਆ, ਉਹਨਾਂ ਨੂੰ ਵੀ ਕਰਿਆ ਤਸ਼ੱਦਦ, ਮੇਰੇ 'ਤੇ ਵੀ ਹੋਇਆ। ਫਿਰ ਮੇਰੇ 'ਤੇ ਜਦੋਂ ਤਸ਼ੱਦਦ ਮਤਲਬ ਬਹੁਤ ਜ਼ਿਆਦਾ ਤਸ਼ੱਦਦ ਕਰਦੀ ਸੀ ਪੁਲਿਸ ਉਸ ਟਾਈਮ 'ਤੇ, ਅਤੇ ਸਾਰਾ ਦਿਨ ਤਸ਼ੱਦਦ ਕਰਦੇ ਰਹੇ। ਸ਼ਾਮ ਨੂੰ ਫਿਰ ਸਾਨੂੰ 11 ਸੈਕਟਰ ਥਾਣਾ, ਜਿੱਥੇ CIA ਸਟਾਫ ਸੀ, ਮੈਂ ਜਿਹੜਾ ਟੌਰਚਰ ਕੇਂਦਰ ਸੀਗਾ ਜਿਹੜਾ ਇਹਨਾਂ ਦਾ, ਉੱਥੇ ਲੈ ਗਏ। ਮੈਂ ਉੱਥੇ ਫਿਰ ਦਿਨ ਰਾਤ ਟੌਰਚਰ ਸਟਾਰਟ ਹੋ ਗਿਆ। ਦਿਨੇ ਥੋੜ੍ਹਾ ਘੱਟ ਹੁੰਦਾ ਸੀ, ਰਾਤ ਨੂੰ ਫਿਰ ਸਮੇਤ ਸੈਣੀ ਆਪ ਖੁਦ 8 ਵਜੇ ਆ ਜਾਂਦਾ ਸੀ, 2-2 ਸਿਗਰਟਾਂ ਦੀਆਂ ਡੱਬੀਆਂ ਪੂਰੀਆਂ ਖ਼ਤਮ ਕਰ ਦਿੰਦਾ ਸੀ, ਨਾਲ 2-2 ਵਜੇ ਤੱਕ ਮਤਲਬ ਮੈਨੂੰ ਤਸ਼ੱਦਦ ਕਰਦਾ ਰਿਹਾ। ਯਾਨੀ ਸਮੇਤ ਸਿੰਘ ਸੈਣੀ ਜਿਹੜੇ ਸੀ ਉਹ SSP ਚੰਡੀਗੜ੍ਹ ਖੁਦ ਆ ਕੇ ਤੁਹਾਨੂੰ ਇੰਟਰੋਗੇਟ ਕਰਦੇ ਸੀ? ਹਾਂਜੀ, ਖੁਦ ਇੰਟਰੋਗੇਟ, ਟੌਰਚਰ ਕਰਦੇ ਸੀਗੇ। ਇੰਟਰੋਗੇਟ ਤਾਂ ਹੁੰਦਾ ਵੈਸੇ ਨਾ, ਮਤਲਬ ਆਮ ਤੌਰ 'ਤੇ ਇਹੀ ਕਿਹਾ ਜਾਂਦਾ ਵੀ ਇੰਟਰੋਗੇਸ਼ਨ ਕਰੀ। ਇੰਟਰੋਗੇਸ਼ਨ ਪੁੱਛਤਾਛ ਹੁੰਦੀ ਆ ਸਿੰਪਲ। ਉਹ ਤੁਹਾਨੂੰ ਫਿਰ ਕਿਸ ਤਰੀਕੇ ਦੇ ਨਾਲ ਟੌਰਚਰ ਕਰਦੇ ਸੀ? ਸਾਨੂੰ ਤਾਂ ਅਲਫ ਨਗੇ ਕਰ ਲੈਂਦੇ ਸੀ, ਉੱਤੇ ਕਕਾਰ ਖੋਲ੍ਹ ਕੇ ਮਾਰਦੇ ਸੀ ਸਾਈਡ 'ਤੇ, ਅਤੇ ਕਸ਼ਹਿਰਾ ਵਗੈਰਾ ਸਾਰਾ ਕੁਛ ਅਲਫ ਨੰਗਾ ਕਰਕੇ ਫਿਰ ਕਰੰਟ ਲਾਉਂਦੇ ਸੀ, ਗੁਪਤ ਅੰਗਾਂ 'ਤੇ ਵੀ ਲਾਉਂਦੇ ਸੀ, ਅਤੇ ਕੰਨਾਂ ਨੂੰ ਲਾ ਕੇ ਇੱਥੇ ਚੂੰਡੀਆਂ ਜਿਹੀਆਂ ਦਿਮਾਗ ਨੂੰ ਲਾਉਂਦੇ ਸੀ ਕਰੰਟ। ਅਤੇ ਫਿਰ ਇੱਕ ਘੋਟਾ 90 ਕਿਲੋ ਦਾ ਲੋਹੇ ਦਾ ਹੁੰਦਾ ਹੈ, ਉਹ ਘੁਮਾਉਂਦੇ ਸੀ, ਫਿਰ ਚੱਡੇ ਪਾੜਦੇ ਸੀ ਲੱਤਾਂ ਖੋਲ੍ਹ ਕੇ, ਫਿਰ ਠੁੱਡੇ ਮਾਰਦੇ ਸੀ ਮਤਲਬ ਗੁਪਤ ਅੰਗਾਂ ਦੇ ਉੱਤੇ। ਫਿਰ ਉਸ ਤੋਂ ਬਾਅਦ ਮਤਲਬ ਪਟਾ ਵੀ ਫੇਰਦੇ ਸੀ, ਆਪ ਵੀ ਪਟਾ ਫੇਰਦੇ ਸੀ, ਮਸ਼ੀਨਾਂ ਵੀ ਇਹਨਾਂ ਨੇ ਰੱਖੀਆਂ ਹੋਈਆਂ ਸੀ ਪਟੇ ਵਾਲੀਆਂ। ਫਿਰ ਡੰਡੇ ਮਾਰਦੇ ਸੀ, ਫਿਰ ਪਾਣੀ ਵੀ ਚੜਾਉਂਦੇ ਸੀ, ਜਿਹੜਾ ਪਾਣੀ ਮਤਲਬ ਜਿੱਦਾਂ ਡੁੱਬਦਾ ਬੰਦਾ ਇੱਦਾਂ ਲੱਗਦਾ, ਮਤਲਬ ਬੰਨ੍ਹ ਲੈਂਦੇ ਆ ਉੱਪਰ ਬੈਂਚ ਦੇ ਉੱਪਰ, ਥੱਲੇ ਨੂੰ ਲੱਤਾਂ ਕਰ ਲੈਂਦੇ, ਬੰਨ੍ਹ ਲੈਂਦੇ, ਬਾਹਾਂ ਬੰਨ੍ਹ ਲੈਂਦੇ ਆ, ਫਿਰ ਉੱਪਰ ਇੱਕ ਮੂੰਹ ਪਰ ਕੱਪੜਾ ਬੰਨ੍ਹ ਕੇ 2 ਸਾਈਡ 'ਤੇ ਬਾਲਟੇ ਬੜੇ ਬੜੇ ਪਾਣੀ ਦੇ ਭਰ ਲੈਂਦੇ ਆ, ਅਤੇ ਉਹ ਫਿਰ ਜੱਗ ਲੈ ਕੇ ਉਹ ਪਾਣੀ ਮਾਰਦਾ, ਫਿਰ ਉਹ ਮਾਰਦਾ, ਫਿਰ ਇੱਦਾਂ ਜਦੋਂ ਸਾਹ ਬੰਦ ਹੁੰਦਾ ਬੰਦਾ ਅੰਦਰ ਨੂੰ ਪਾਣੀ ਖਿੱਚਦਾ। ਫਿਰ ਉਹ ਮਤਲਬ ਇੰਨੀ ਜ਼ਿਆਦਾ ਮੁਸ਼ਕਿਲ ਹੁੰਦੀ ਹੈ ਜਿੱਦਾਂ ਦਰਿਆ 'ਚ ਜਾਂ ਨਹਿਰ 'ਚ ਬੰਦਾ ਡੁੱਬ ਰਿਹਾ ਹੁੰਦਾ, ਉਸ ਤਰੀਕੇ ਦਾ ਮਹਿਸੂਸ ਹੁੰਦਾ। ਇਹੋ ਜਿਹੇ ਟੌਰਚਰ ਮਤਲਬ ਲਗਾਤਾਰ ਹੀ ਕਰਦੇ ਸੀਗੇ ਉਹ। ਫਿਰ ਕਿੰਨੇ ਦਿਨ ਇਹ ਜਿਹੜਾ ਟੌਰਚਰ ਉੱਥੇ ਚੱਲਿਆ? ਟੌਰਚਰ ਕਰਦੇ ਕਰਦੇ ਦੇ ਦਰਮਿਆਨ
ਗੁਰਮੀਤ ਸਿੰਘ ਰੋਪੜ ਦੀ ਜਿਹੜੀ ਡਾਇਰੀ ਸੀਗੀ ਉਹਦੇ 'ਚ ਕੁਛ ਕੋਡ ਵਾਰਡਾਂ ਦੇ ਵਿੱਚ ਅਸੀਂ ਕੁਛ ਮਤਲਬ ਐਡਰੈਸ ਵਗੈਰਾ ਆਪਣੇ ਲਿਖੇ ਹੋਏ ਸੀਗੇ। ਉਹ ਕਿਉਂਕਿ ਦਿੱਲੀ ਦੇ ਵਿੱਚ ਵੀ ਪਤਾ ਨਹੀਂ ਸੀ ਲੱਗਦਾ ਹੈਗਾ, ਹੋਰ ਕਈ ਚੀਜ਼ਾਂ ਲਿਖੀਆਂ ਹੋਈਆਂ ਸੀ। ਇਹਨਾਂ ਨੇ ਕੋਡ ਵਾਰਡ ਖੋਲ੍ਹ ਕੇ ਪਹਿਲਾਂ ਤਾਂ ਪੰਜੌਰ ਗਾਰਡਨ ਤੋਂ ਇੱਕ ਗੁਰਮੀਤ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਦਿੱਲੀ ਯੂਨਿਟ ਦਾ ਪ੍ਰਧਾਨ ਸੀ, ਉਹ ਤੇ ਨਾਲ ਬੀਬੀ ਨਿਰਪ੍ਰੀਤ ਕੌਰ ਸੀ ਜਿਹੜੀ ਕਿ ਰੋਸ਼ਨ ਲਾਲ ਬਰਾਗੀ ਇੱਕ ਉੱਘਾ ਸਿੱਖ ਕਾਰਕੂ ਸੀਗਾ, ਉਹਦੀ ਘਰ ਵਾਲੀ ਸੀ। ਉਹ ਰੋਸ਼ਨ ਲਾਲ ਬਰਾਗੀ ਪਹਿਲਾਂ ਹੀ ਇਹਨਾਂ ਨੇ ਐਨਕਾਊਂਟਰ ਕਰਕੇ ਉਹ ਮਾਰਤਾ ਸੀ। ਫਿਰ ਉਹ ਸੀਗੇ, ਉਹਨਾਂ ਨੂੰ ਚੱਕ ਲਿਆਂਦਾ। ਫਿਰ ਇਹ ਇਹਨਾਂ ਦਾ ਜਿਹੜਾ ਉੱਥੇ ਵਾਲਾ ਐਡਰੈਸ ਸੀਗਾ ਉੱਥੇ ਤੇ ਫਿਰ ਇਹ ਸਾਨੂੰ ਟੌਰਚਰ ਦਿਨ ਰਾਤ ਕਰਦੇ ਕਰਦੇ 7 ਤਰੀਕ ਰਾਤ ਨੂੰ ਬਲਦੇਵ ਸੈਣੀ ਜਿਹੜਾ ਐਸਪੀ ਆਪਰੇਸ਼ਨ ਸੀਗਾ, ਐਸਪੀ ਸੀਗਾ, ਮੈਨੂੰ ਇਹ ਨਹੀਂ ਪਤਾ ਵੀ ਆਪਰੇਸ਼ਨ ਸੀ ਜਾਂ ਕਿਆ ਸੀ, ਚੰਡੀਗੜ੍ਹ ਦੇ ਨਾਲ ਸੀ, ਉਹ ਵੀ ਸਮੇਤ ਸਿੰਘ ਸੈਣੀ ਦੇ ਨਾਲ। ਹਾਂ, ਸਮੇਤ ਸੈਣੀ ਦੇ ਨਾਲ। ਉਹਦੀ ਅਗਵਾਈ ਦੇ ਵਿੱਚ ਫਿਰ ਇਹ ਦਿੱਲੀ ਗਏ, ਨਹਿਰੂ ਨਗਰ ਅਤੇ ਇਹਨਾਂ ਨੇ ਪਰਮਿੰਦਰ ਸਿੰਘ ਰਾਜਾ ਸੀ ਜਿਹੜਾ, ਉਹ ਨਾਲ ਅਮਰਜੀਤ ਸਿੰਘ ਸੀ ਬਹਾਦਰਪੁਰ ਤੋਂ, ਉਹ ਚੱਕਿਆ। ਨਾਲ ਫਿਰ 1-2 ਮੁੰਡੇ ਟੈਕਸੀਆਂ ਵਾਲੇ ਸੀਗੇ, ਉਹ ਚੱਕੇ। ਇਹਨਾਂ ਨੇ ਉਹ ਸਾਰਿਆਂ ਨੂੰ ਚੱਕ ਕੇ ਇਹ ਲੈ ਕੇ ਆ ਕੇ ਬੰਨ੍ਹ ਕੇ ਸਾਰਿਆਂ ਨੂੰ ਨੂੜ ਕੇ ਇੱਦਾਂ ਹੀ, ਜਿੱਦਾਂ ਸਾਨੂੰ ਪਿੱਛੇ ਦੇ ਹੱਥ ਬੰਨੇ ਹੋਏ ਸੀ ਸਾਡੇ, ਇੱਦਾਂ ਹੀ ਮਤਲਬ ਉਹ ਨੂੜ ਕੇ ਲੈ ਕੇ ਆ ਗਏ। ਦੇਖੋ ਕਿੱਡੀ ਬੜੀ ਗੱਲ ਆ ਕਿ ਦਿੱਲੀ ਦੇ ਵਿੱਚ ਰੇਡ ਕਰੀ, ਦਿੱਲੀ ਦੇਸ਼ ਦੀ ਰਾਜਧਾਨੀ ਆ, ਉੱਥੇ ਰੇਡ ਕਰੀ, ਉੱਥੇ ਦੀ ਕੋਈ ਪੁਲਿਸ ਨੂੰ ਕਿਸੇ ਨੂੰ ਕੁਛ ਨਹੀਂ ਦੱਸਿਆ ਇਹਨਾਂ ਨੇ, ਜਦ ਕਿ ਕਾਨੂੰਨੀ ਤੌਰ 'ਤੇ ਜਿਸ ਸਟੇਟ ਵਿੱਚ ਇਹਨਾਂ ਨੇ ਜਾਣਾ ਹੁੰਦਾ ਉੱਥੇ ਇਹਨਾਂ ਨੂੰ ਦੱਸਣਾ ਪੈਂਦਾ। ਉਹਨਾਂ ਦੀ ਉੱਥੇ ਤੇ ਪੁਲਿਸ ਜਿਹੜੀ ਆ ਨਫਰੀ, ਕੋਈ ਵੀ ਬੰਦੇ ਲੈਣੇ ਪੈਂਦੇ ਆ ਉੱਥੇ ਤੇ। ਇਹਨਾਂ ਨੇ ਕੋਈ ਇਲੀਗਲ ਤਰੀਕੇ ਦੇ ਨਾਲ ਉੱਥੇ ਗਏ, ਦਿੱਲੀ ਗਏ, ਰੇਡ ਕਰੀ, ਉੱਥੇ ਤੋਂ ਬੰਦਾ ਚੱਕ ਕੇ ਲਿਆ ਕੇ ਇੱਥੇ ਫਿਰ ਸਾਡੇ 'ਤੇ ਤਸ਼ੱਦਦ ਹੋਏ। ਅਤੇ ਤਸ਼ੱਦਦ ਕਰਦੇ ਕਰਦੇ ਫਿਰ ਸਾਡੇ 10 ਜਾਂ 11 ਤਰੀਕ ਨੂੰ ਮਤਲਬ ਸਾਨੂੰ ਆਪਸ ਵਿੱਚ ਕਰਦੇ ਸੀ। ਉਹ ਤੋਂ ਪਹਿਲਾਂ ਸਾਨੂੰ 2 ਵਾਰ ਐਨਕਾਊਂਟਰ ਵਾਸਤੇ ਵੀ ਇਹਨਾਂ ਨੇ ਕੱਢਿਆ, ਫਿਰ ਇਹਨਾਂ ਦਾ ਨਦੀ 'ਚ ਲਿਜਾ ਕੇ ਐਨਕਾਊਂਟਰ ਕਰ ਦੇਣਾ ਦੋਵਾਂ ਦਾ। ਅੱਛਾ, ਉਹਦੇ ਵਿੱਚ ਕਿਹੜੇ ਕਿਹੜੇ ਅਫਸਰ ਸੀਗੇ? ਉਹਦੇ ਸਮੇਤ ਸੈਣੀ ਹੁਕਮੇ ਕਰਦਾ ਸੀਗਾ, ਸਮੇਤ ਸੈਣੀ ਆਪ ਨਹੀਂ ਸੀ ਜਾਂਦਾ ਨਾਲ, ਉਹ ਪੁਲਿਸ ਦਾ ਜਿਹੜਾ ਉੱਥੇ CIA ਸਟਾਫ ਦਾ ਇੰਸਪੈਕਟਰ ਹੁੰਦਾ ਸੀ, ਨਾਲ ਉਹਦੀ ਟੀਮ ਜਾਂਦੀ ਹੁੰਦੀ ਸੀ। ਤੁਸੀਂ ਕਿਵੇਂ ਸ਼ੋਰ ਹੋ ਕਿ ਇਹ ਸਾਰੇ ਹੁਕਮ ਸਮੇਤ ਸਿੰਘ ਸੈਣੀ ਹੀ ਦਿੰਦਾ ਸੀ? ਸਾਡੇ ਸਾਹਮਣੇ ਹੁਕਮ ਕਰਦੇ ਸੀ, ਸਾਡੇ ਸਾਹਮਣੇ ਹੋਰ ਵੀ ਬੰਦੇ, ਕੋਈ ਇੱਕ ਮੁੰਡਾ ਸੀਗਾ ਅੰਮ੍ਰਿਤਸਰ ਸਾਈਡ ਦਾ, ਮੈਨੂੰ ਨਾਂ ਨਹੀਂ ਪਤਾ, ਬੜਾ ਲੰਬਾ ਲੰਝਾ ਮੁੰਡਾ ਸੀ, ਉਹ ਵੀ ਸਾਡੇ ਸਾਹਮਣੇ ਇਹਨਾਂ ਨੇ ਉੱਥੇ ਭੇਜਿਆ, ਕਹਿੰਦਾ ਇਹਨੂੰ ਮਾਰ ਕੇ ਉੱਥੇ ਗਿਰਿਆ ਉਹ ਫਲਾਣੀ ਜਗ੍ਹਾ। ਹਾਂ, ਇਹ ਮਤਲਬ ਆਮ ਚੱਲਦਾ ਸੀਗਾ ਵਰਤਾਰਾ। ਪਲੈਨਿੰਗ ਉਹਨਾਂ ਨੇ ਤੁਹਾਨੂੰ ਬਣਾ ਲਈ ਸੀ, ਤੁਹਾਨੂੰ ਮਾਰਨ ਦੀ ਉਹਨਾਂ ਨੇ ਪਲੈਨਿੰਗ ਕਰਤੀ ਸੀ ਕਿ ਇਹਨਾਂ ਦਾ ਐਨਕਾਊਂਟਰ ਕਰ ਦਿਓ, ਫਿਰ ਬਚੇ ਕਿਵੇਂ? ਨਹੀਂ, ਮੈਂ ਤੁਹਾਨੂੰ ਉਹੀ ਦੱਸਦਾ ਵੀ ਫਿਰ ਬਚੇ ਨਹੀਂ। ਮੇਰੇ ਨਾਲ ਵਾਲਾ ਜਿਹੜਾ ਪਰਮਿੰਦਰ ਸਿੰਘ ਰਾਜਾ ਸੀ, ਉਹ ਸਾਨੂੰ ਫਿਰ ਤਸ਼ੱਦਦ ਕਰਦੇ ਸੀ। 10 ਜਾਂ 11 ਤਰੀਕ ਹੋਏਗੀ ਰਾਤ ਨੂੰ, ਮਤਲਬ 8 ਵਜੇ ਤੋਂ ਸਟਾਰਟ ਕਰ ਦਿੰਦੇ ਸੀ, ਤੁਹਾਨੂੰ ਦੱਸਿਆ ਹੀ ਹੈ ਮੈਂ, 2 ਵਜੇ ਤੱਕ। ਉਹ ਵਿੱਚ ਨਾ ਸਾਨੂੰ ਜਦੋਂ ਸਾਡੇ ਕਰੰਟ ਲਾਉਂਦੇ ਹੁੰਦੇ ਸੀ, ਸਾਹਮਣੇ ਸਮੇਤ ਸੈਣੀ ਦਾ ਇੱਦਾਂ ਕੁਰਸੀ ਦੇ ਨਾਲ ਫਿਰ ਮੇਜ਼ ਲੱਗਿਆ ਵਾ ਹੁੰਦਾ ਸੀ, ਜਿੱਥੇ ਮਸ਼ੀਨ ਰੱਖੀ ਵੀ ਹੁੰਦੀ ਸੀ ਕਰੰਟ ਲਾਉਣ ਵਾਲੀ। ਫਿਰ ਉਹਦੇ ਬਾਅਦ ਫਿਰ ਸਾਡੇ ਕੁਰਸੀਆਂ ਜਿਹੜੀਆਂ ਸੀਗੀਆਂ ਉੱਥੇ ਥੱਲੇ ਲੱਤਾਂ ਬੰਨ੍ਹ ਦਿੰਦੇ ਸੀ, ਪਿੱਛੇ ਨੂੰ ਬਾਹਾਂ ਬੰਨ੍ਹ ਦਿੰਦੇ ਸੀ। ਉਸ ਦਿਨ ਕੁਦਰਤੀ ਕਿਆ ਗੱਲ ਹੋ ਗਈ, ਕਿਸੇ ਪੁਲਿਸ ਵਾਲੇ ਦੀ ਕੁਤਾਹੀ ਹੋ ਗਈ ਜਾਂ ਜੋ ਵੀ ਆ, ਉਹ ਮਤਲਬ ਉਹਦੇ ਪਰਮਿੰਦਰ ਸਿੰਘ ਜਿਹੜੇ ਬੌਸ ਸੀਗਾ, ਉਹਦੀਆਂ ਬਾਹਾਂ ਖੁੱਲ੍ਹੀਆਂ ਰਹਿ ਗਈਆਂ। ਸਮੇਤ ਸੈਣੀ ਗਾਲਾਂ ਤਾਂ ਪਹਿਲਾਂ ਵੀ ਕੱਢਦਾ ਸੀ ਸਾਨੂੰ, ਪਰ ਸਾਡੇ ਹੱਥ ਬੰਨੇ ਵੀ ਹੁੰਦੇ ਸੀ। ਲੇਕਿਨ ਉਸ ਦਿਨ ਉਹਨੇ ਜਦੋਂ ਮਾਂ ਭੈਣ ਦੀ ਗਾਲ ਕੱਢੀ ਤਾਂ ਉਹਨੇ ਥੱਪੜ ਮਾਰਤਾ ਉਹਦੇ, ਸਮੇਤ ਸੈਣੀ ਦੇ। ਹਾਂ, ਫਿਰ ਉਹਦੀਆਂ ਉਹਨੇ ਮੁੰਡੇ ਪੁਲਿਸ ਵਾਲੇ ਬੁਲਾ ਕੇ ਨਾਲ ਦੀ ਨਾਲੇ ਬਾਹਾਂ, ਕਹਿੰਦਾ ਤੋੜ ਦਿਓ ਇਹਦੀਆਂ ਬਾਹਾਂ, ਤੁੜਵਾਤੀਆਂ। ਜਦੋਂ ਸਮੇਤ ਸਿੰਘ ਸੈਣੀ ਦੇ ਉਹਨੇ ਥੱਪੜ ਮਾਰਿਆ ਤਾਂ ਉਹਨੇ ਤੁੜਵਾਤੀਆਂ ਇੱਥੋਂ, ਹਾਂ, ਮੁੰਡਿਆਂ ਕੋਲ ਤੇ ਬਾਹਾਂ ਤੁੜਵਾਤੀਆਂ ਦੋਵੇਂ। ਫਿਰ ਉਸ ਤੋਂ ਬਾਅਦ ਉਹਨੇ ਮਤਲਬ ਤਸ਼ੱਦਦ ਕਰਦੇ ਰਹੇ। ਫਿਰ ਮੈਨੂੰ ਇੱਧਰ ਲਿਆਏ, ਕਮਰੇ ਦੇ ਵਿੱਚ ਗੇਰ ਤਾਂ ਲਿਆ ਕੇ ਇੱਦਾਂ ਹੀ ਗੇਰ ਦਿੰਦੇ ਸੀ ਨੰਗੇ, ਅਤੇ ਫਿਰ ਉਹਦੇ 'ਤੇ ਫਿਰ ਹੋਰ ਵੀ ਜ਼ਿਆਦਾ ਤਸ਼ੱਦਦ ਕਰਦਾ ਰਿਹਾ। ਫਿਰ ਇੱਦਾਂ ਕਰਦੇ ਕਰਦੇ ਮੈਨੂੰ 13 ਜਾਂ 14 ਤਰੀਕ ਹੋਏਗੀ, ਤਰੀਕਾਂ ਉਸ ਟਾਈਮ 'ਤੇ ਕੋਈ ਨਹੀਂ ਸੀ ਪਤਾ ਲੱਗਦਾ, ਦਿਨ ਰਾਤ ਦਾ ਵੀ ਨਹੀਂ ਸੀ ਪਤਾ ਲੱਗਦਾ ਬੰਦੇ ਨੂੰ, ਕਦ ਦਿਨ ਹੁੰਦਾ ਕਦ ਰਾਤ ਹੁੰਦਾ, ਕਿਉਂਕਿ ਚੱਕ ਕੇ ਕਮਰਿਆਂ 'ਚ ਗੇਰ ਦਿੰਦੇ ਸੀ। ਮੇਰੀਆਂ ਤਾਂ ਅੱਖਾਂ ਮਾਰ ਮਾਰ ਕੇ ਮੁੱਕੇ ਇਹਨਾਂ ਨੇ ਇੱਥੇ 'ਤੇ ਛੋਟੀਆਂ ਛੋਟੀਆਂ ਕਰਤੀਆਂ ਸੀ, ਨੀਲਾਪਣ ਸੋਜਸ ਆ ਗਈ ਸੀ। ਅਤੇ ਫਿਰ ਮੈਨੂੰ ਇੱਥੇ ਰੋਪੜ ਪੁਲਿਸ ਸੀ ਜਿਹੜੀ, ਉਹ ਲਿਆਈ ਸੀ, ਇੰਸਪੈਕਟਰ ਸੀ ਹਰਭਜਨ ਸਿੰਘ, ਮਾਤਾ ਦੇ ਦਾਗ ਸੀਗੇ ਉਹਦੇ, ਉਹ ਮੈਨੂੰ ਇੱਥੇ ਲਿਆਏ ਸੀ CIA ਸਟਾਫ। ਮੈਨੂੰ ਤਾਂ ਪਤਾ ਨਹੀਂ, ਤੁਹਾਨੂੰ ਇੱਥੇ ਲਿਆਂਦਾ ਤੇ ਤੁਹਾਡੇ ਨਾਲ ਦੇ ਜਿਹੜੇ ਸੀਗੇ ਉਹ ਜਿਹੜੇ ਨਾਲ ਵਾਲੇ ਸੀਗੇ, ਜਿੱਦਾਂ ਗੁਰਮੀਤ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਅਤੇ ਅਮਰਜੀਤ, ਇਹਦੇ ਪਰ ਇੱਕ ਇਹਨਾਂ ਨੇ ਝੂਠਾ ਬੰਬ ਬਲਾਸਟ ਦਾ ਕੇਸ ਪਾ ਦਿੱਤਾ ਸੀ, ਕੋਈ ਏਅਰਪੋਰਟ ਦੇ ਲਾਗੇ ਬਲਾਸਟ ਹੋਇਆ ਸੀ,
ਉਹਦਾ ਕੇਸ ਪਾ ਦਿੱਤਾ, ਜਿਹੜਾ ਕਿ ਬਾਅਦ ਵਿੱਚ ਆਪੇ ਪੁਲਿਸ ਨੇ ਡਿਸਚਾਰਜ ਕਰਵਾ ਦਿੱਤਾ ਸੀ। ਤੇ ਨਿਰਪ੍ਰੀਤ, ਜਿਹੜੀ ਬੀਬੀ ਨਿਰਪ੍ਰੀਤ ਕੌਰ ਸੀ, ਉਹਨੂੰ ਵੈਸੇ ਛੱਡਤਾ ਸੀ ਇਹਨਾਂ ਨੇ। ਜਿਹੜਾ ਬਿੱਟੂ ਸੀ ਉਹਨੂੰ ਵੀ ਵੈਸੇ ਛੱਡਤਾ ਸੀ। ਉਹ ਜਰਨੈਲ ਸਿੰਘ ਕਕਰਾਲੀ ਵਾਲੇ ਦਾ ਮੈਨੂੰ ਪਤਾ ਨਹੀਂ ਵੀ ਉਹਦੇ 'ਤੇ ਕੇਸ ਪਾਇਆ ਸੀ ਜਾਂ ਨਹੀਂ ਪਾਇਆ ਹੋਏਗਾ, ਕੇਸ ਤਾਂ ਕੋਈ ਨਾ ਕੋਈ ਇੱਦਾਂ ਪਾਏ ਦਿੰਦੇ ਸੀ ਝੂਠਾ ਕੇਸ। ਤੁਹਾਨੂੰ ਫਿਰ ਇੱਥੇ ਕਿਵੇਂ ਤੇ ਕੌਣ ਲੈ ਕੇ ਆਇਆ? ਮੈਨੂੰ ਫਿਰ ਰੋਪੜ ਪੁਲਿਸ ਲਿਆਈ ਸੀ ਇੱਥੇ। ਮੈਨੂੰ ਫਿਰ ਰੋਪੜ ਤਸ਼ੱਦਦ ਹੋਇਆ ਮੇਰੇ 'ਤੇ ਦੁਬਾਰਾ ਫਿਰ ਉਸੇ ਕੇਸ ਨੂੰ ਲੈ ਕੇ? ਉਹ ਕੇਸ ਨਹੀਂ ਜੀ ਹੁੰਦਾ ਉਸ ਟਾਈਮ ਤਾਂ। ਇਹ ਹੁੰਦਾ ਸੀ ਵੀ ਬੰਦੇ ਕੱਢੀਏ ਇਹਨਾਂ ਵਿੱਚੋਂ, ਵੀ ਬੰਦਾ ਕਿਹੜਾ ਫੜਾ ਦੇਵੇ। ਇਹ ਬੰਦਾ ਕੁੱਟ ਕੁੱਟ ਕੇ ਬਈ ਕਿਹੜਾ, ਕਿਉਂਕਿ ਇਹਨਾਂ ਨੇ ਪੈਸਾ ਵੀ ਇਹਨਾਂ ਦੇ ਮੂੰਹ 'ਤੇ ਲੱਗ ਚੁੱਕਿਆ ਸੀ ਨਾ। ਇਹ ਜਿਹੜਾ ਜੇ ਕੋਈ ਠਹਿਰ ਵਾਲਾ ਬੰਦਾ ਹੈ, ਕਿਸੇ ਜਗ੍ਹਾ 'ਤੇ ਅਸੀਂ ਰੁਕੇ ਆ, ਰੋਟੀ ਖਾਧੀ ਆ, ਕੁਛ ਰਾਤ ਰੁਕੇ ਆ, ਉਹ ਠਹਿਰ ਵਾਲੇ ਬੰਦੇ ਨੂੰ ਫਸਾ ਦਿੰਦੇ ਸੀ। ਉਹਨਾਂ 'ਤੇ ਵੀ ਲੱਖ 2 ਲੱਖ ਰੁਪਈਆ ਜੋ ਵੀ ਲੈ ਸਕਦੇ ਸੀ, ਵੱਧ ਤੋਂ ਵੱਧ ਜਿੰਨੀ ਗੁੰਜਾਇਸ਼ ਕਿਸੇ 'ਚ ਹੁੰਦੀ ਸੀ ਚੱਕ ਕੇ ਉਹ ਲੈ ਲੈਂਦੇ ਸੀ। ਬਾਕੀ ਫਿਰ ਮਤਲਬ ਮੁੰਡੇ ਜਿਹੜੇ ਦੂਸਰੇ ਰੂਹਪੋਸ਼ ਮੁੰਡੇ ਸੀ, ਉਹਨਾਂ ਨੂੰ ਵੀ ਕੋਸ਼ਿਸ਼ ਕਰਦੇ ਸੀਗੇ ਵੀ ਮਤਲਬ ਟੌਰਚਰ ਕਰਕੇ ਇਹਨਾਂ ਦੇ ਜ਼ਰੀਏ ਦੇ ਨਾਲ। ਜਦੋਂ ਤੁਹਾਨੂੰ ਇੱਥੇ ਰੋਪੜ ਲੈ ਕੇ ਆਂਦਾ, ਫਿਰ ਕਿੰਨੇ ਦਿਨ ਇੱਥੇ ਰੱਖਿਆ? ਕਿੰਨੇ ਦਿਨ ਫਿਰ ਇੱਥੇ ਤਸ਼ੱਦਦ ਸਿਆ ਤੁਸੀਂ ਕਿਹੜੇ ਅਫਸਰਾਂ ਦਾ? ਫਿਰ ਤਾਂ ਮੈਨੂੰ ਉਸ ਟਾਈਮ 'ਤੇ ਮੁਹੰਮਦ ਮੁਸਤਫਾ ਸੀਗਾ ਇੱਥੇ SSP, ਜਿਹੜੇ DGP ਨੇ ਜਿਹੜੇ। ਹਾਂ ਜੀ, ਉਹ ਜਿਹੜੇ ਮੁਹੰਮਦ ਮੁਸਤਫਾ DGP ਤਾਂ ਨਹੀਂ ਹੈ, DGP ਨੇ ਕਿਸੇ ਹੋਰ ਮਹਿਕਮੇ ਦੇ ਹੋਣੇ ਹੈ ਨਾ। ਠੀਕ ਆ। ਉਹ ਅਸੀਂ SSP ਤੇ ਨਾਲ ਹੀ ਆਪਣਾ SPS ਬਸਰਾ ਸੀ। ਮੈਨੂੰ ਤਾਂ ਬਸਰੇ ਨੇ ਤੇ ਇੱਕ ਜਿਹੜਾ ਇੰਸਪੈਕਟਰ ਮੈਨੂੰ ਲੈ ਕੇ ਆਇਆ ਸੀ CIA ਸਟਾਫ ਦਾ, ਉਹ ਤੇ ਉਹਦੀ ਟੀਮ ਜਿਹੜੀ ਸੀਗੀ, ਕਿਉਂਕਿ SP ਆਪਰੇਸ਼ਨ ਸੀ ਬਸਰਾ, ਉਹਨਾਂ ਨੇ ਮੇਰੇ 'ਤੇ ਤਸ਼ੱਦਦ ਇੱਥੇ ਕਰਿਆ। ਇੱਥੇ ਮਤਲਬ ਜਿਸ ਦਿਨ ਰਾਜੀਵ ਗਾਂਧੀ ਦੀ ਮੌਤ ਹੋਈ ਆ ਬੰਬ ਬਲਾਸਟ ਦੇ ਨਾਲ, ਉਸ ਦਿਨ ਤੱਕ ਮੇਰੇ 'ਤੇ ਇੱਥੇ ਤਸ਼ੱਦਦ ਚੱਲਦਾ ਰਿਹਾ। ਫਿਰ ਉਸ ਤੋਂ ਬਾਅਦ ਇਹਨਾਂ ਨੇ ਉਹਦਾ ਤਸ਼ੱਦਦ ਜਿਹੜਾ ਬੰਦ ਕਰਤਾ, ਮਾੜਾ ਮੋਟਾ ਜਲੀਲ ਟਾਈਪ ਕਰਕੇ ਫਿਰ ਬੰਦ ਕਰ ਦਿੰਦੇ ਸੀ CIA ਸਟਾਫ ਵਿੱਚ। ਫਿਰ ਕੁਛ ਦਿਨਾਂ ਬਾਅਦ ਮੈਨੂੰ ਇਹ ਫਿਰ ਥਾਣੇ ਦੇ ਵਿੱਚ ਭੇਜਤਾ ਇਹਨਾਂ ਨੇ। ਅਤੇ ਫਿਰ ਥਾਣੇ ਦੇ ਵਿੱਚ ਰਹਿੰਦੇ ਫਿਰ ਉੱਥੇ ਜਿਹੜਾ ਮੈਂ ਇੱਥੇ ਇੱਕ ਅਮਰਜੀਤ ਸਿੰਘ ਜੌਲੀ ਸੀਗੇ, ਉਹ ਕੁਦਰਤੀ ਉਹਦੇ 'ਚ ਆਏ। ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਘਰਦਿਆਂ ਤੱਕ ਕੋਈ ਸੁਨੇਹਾ ਪਹੁੰਚਾ ਦਿਓ। ਫਿਰ ਉਹਨਾਂ ਨੇ ਪਹੁੰਚਾਇਆ ਸੁਨੇਹਾ, ਪਤਾ ਲੱਗ ਗਿਆ ਘਰਦਿਆਂ ਨੂੰ। ਚਲੋ ਉਹਨਾਂ ਨੇ ਚਾਰਾਜੋਈ ਕਰੀ ਅਤੇ ਮੈਨੂੰ ਕੋਰਟ ਦੇ ਵਿੱਚ ਫਿਰ ਪੇਸ਼ ਕਰਵਾਤਾ। ਮੈਨੂੰ ਮੇਰੇ ਐਮਨੈਸਟੀ ਇੰਟਰਨੈਸ਼ਨਲ ਵਾਲਿਆਂ ਦੇ ਕੋਲ ਵੀ ਸਰਬਜੀਤ ਸਿੰਘ ਬੈਂਸ ਸੀ ਜਿਹੜਾ ਇੱਥੇ ਐਮਨੈਸਟੀ ਇੰਟਰਨੈਸ਼ਨਲ ਵਾਲਿਆਂ ਦਾ ਉਹ ਵਕੀਲ ਵੀ ਸੀ। ਉਹਨਾਂ ਨੇ ਵੀ ਕੋਸ਼ਿਸ਼ ਕਰੀ, ਅਖਬਾਰਾਂ 'ਚ ਵੀ ਬਿਆਨ ਦਿੱਤੇ ਸੀਗੇ ਵੀ ਪੇਸ਼ ਕੀਤਾ ਜਾਵੇ, ਜੇ ਕੋਈ ਕੋਰਟ ਦਾ ਕੇਸ ਕੋਈ ਕੇਸ ਹੈਗਾ ਉਹ ਕੇਸ ਪਾਇਆ ਜਾਵੇ ਅਤੇ ਪੇਸ਼ ਕਰਿਆ ਜਾਵੇ। ਉਹ ਫਿਰ ਮੈਨੂੰ ਇਹਨਾਂ ਨੇ ਪੇਸ਼ ਕਰਤਾ 3 ਜੂਨ 1991 ਨੂੰ ਇਹਨਾਂ ਨੇ ਪੇਸ਼ ਕਰਿਆ। ਮੈਨੂੰ ਚੱਕ ਕੇ ਲੈ ਕੇ ਗਏ ਪੁਲਿਸ ਵਾਲੇ। ਕਿਉਂਕਿ ਹਾਲਾਤ ਇਸ ਕਦਰ ਹੋ ਗਏ ਸੀਗੇ ਤਸ਼ੱਦਦ ਤੋਂ ਬਾਅਦ ਕਿ ਤੁਹਾਡੇ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ। ਹਾਂਜੀ, ਮੇਰੇ ਤੋਂ ਬਿਲਕੁਲ ਚੱਲਿਆ ਨਹੀਂ ਸੀ ਜਾ ਰਿਹਾ, ਨਾ ਮੈਨੂੰ ਅੱਖਾਂ ਤੋਂ ਦਿਖ ਰਿਹਾ ਸੀ, ਸਾਹਮਣੇ ਬਹੁਤ ਧੁੰਦਲਾ ਦਿਖਦਾ ਸੀ। ਅਤੇ ਫਿਰ ਉਹ ਮੈਨੂੰ ਚੱਕ ਕੇ ਲੈ ਕੇ ਗਏ। ਫਿਰ ਜੱਜ ਸਾਹਿਬ ਤੋਂ ਇਹਨਾਂ ਨੇ ਰਿਮਾਂਡ ਮੰਗਿਆ। ਜੱਜ ਸਾਹਿਬ ਨੇ ਬਲਕਿ ਉਲਟਾ ਹੀ ਪੈ ਗਏ। ਜੱਜ ਸਾਹਿਬ ਕਹਿੰਦੇ ਹਾਲਤ ਤਾਂ ਦੇਖੋ ਬੰਦੇ ਦੀ। ਅਤੇ ਫਿਰ ਉਹ ਮੈਨੂੰ ਇਹਨਾਂ ਨੇ ਰਿਮਾਂਡ ਨਹੀਂ ਦਿੱਤਾ। ਫਿਰ ਆਪਣਾ ਸਿਕਿਉਰਿਟੀ ਜੇਲ੍ਹ ਨਾਭਾ ਭੇਜਤਾ ਸੀ ਇਹਨਾਂ ਨੇ। ਅਤੇ ਫਿਰ ਨਾਭਾ ਜੇਲ੍ਹ ਜਾਣ ਤੋਂ ਬਾਅਦ ਉੱਥੇ ਫਿਰ ਮੇਰੀਆਂ ਲੱਤਾਂ ਦਾ 3 ਸਾਲ ਇਲਾਜ ਚੱਲਦਾ ਰਿਹਾ। ਮੇਰੀਆਂ ਲੱਤਾਂ ਸੀ ਜਿਹੜੀਆਂ ਉਹ ਬਹੁਤ ਬੁਰੀ ਤਰ੍ਹਾਂ ਕੰਡਮ ਹੋ ਗਈਆਂ ਸੀ, ਮੁੜਦੀਆਂ ਨਹੀਂ ਸੀ ਹੈਗੀਆਂ। ਅਤੇ ਮੈਨੂੰ ਬਹੁਤ ਜਾਣੀ ਮੁਸ਼ਕਿਲਾਂ ਦਾ ਦੌਰ ਦੇ ਵਿੱਚ ਫਿਰ ਰਜਿੰਦਰ ਹੌਸਪੀਟਲ ਐਡਮਿਟ ਵੀ ਕਰਵਾਇਆ ਉਹਨਾਂ ਨੇ। ਨਾਭਾ ਜੇਲ੍ਹ ਤੋਂ ਡਾਕਟਰ ਜਿਹੜੇ ਸੀ ਰਿਕਮੈਂਡ ਕਰਦੇ ਸੀ। ਅਤੇ ਇਸ ਤਰੀਕੇ ਦੇ ਨਾਲ ਸਾਡੇ 'ਤੇ ਫਿਰ ਜਦੋਂ ਤੁਸੀਂ ਹੁਣ ਇੰਨਾ ਲੰਬਾ ਸਮਾਂ ਹੋ ਗਿਆ ਇਸ ਤਸ਼ੱਦਦ ਤੋਂ ਬਾਹਰ ਤੁਹਾਨੂੰ ਆਇਆਂ ਨੂੰ, ਹੁਣ ਵੀ ਸੁਮੇਧ ਸਿੰਘ ਸੈਣੀ ਦੇ ਖਿਲਾਫ ਬਹੁਤ ਸਾਰੀਆਂ ਆਵਾਜ਼ਾਂ ਉੱਠ ਰਹੀਆਂ ਨੇ, ਉਦੋਂ ਵੀ ਉੱਠਦੇ ਰਹੀਆਂ, ਕਿ ਤੁਸੀਂ ਵੀ ਆਵਾਜ਼ ਚੱਕੀ ਸੀ ਸੁਮੇਧ ਸਿੰਘ ਸੈਣੀ ਦੇ ਖਿਲਾਫ? ਨਹੀਂ, ਫਿਰ ਜਦੋਂ ਨਾਭਾ ਜੇਲ੍ਹ ਤੋਂ ਬਾਅਦ ਨਾ ਮੇਰੇ 'ਤੇ ਇਹਨਾਂ ਨੇ ਆਪਣਾ ਇੱਕ RP ਗੁਪਤਾ ਫੁੱਲਾਂ ਵਾਲਾ ਸੀਗਾ ਆਪਣਾ ਦਿੱਲੀ 1984 ਦੇ ਵਿੱਚ, ਉਹਨੇ ਕਤਲੇਆਮ ਕਰਿਆ ਸੀ ਉੱਥੇ। ਉਹਦਾ ਇੱਕ ਕਤਲ ਹੋਇਆ ਸੀ, ਉਹਦਾ ਕਤਲ ਦਾ ਕੇਸ ਮੇਰੇ ਪਰ ਪਾ ਦਿੱਤਾ ਸੀ। ਫਿਰ ਮੈਂ ਨਜਾਇਜ਼ ਤੌਰ 'ਤੇ, ਹਾਂਜੀ, ਉਹ ਫਿਰ ਮੈਂ 8 ਸਾਲ ਜੇਲ੍ਹ ਜਿਹੜੀ ਆ ਤਿਹਾੜ ਜੇਲ੍ਹ ਰਿਹਾ। ਤਿਹਾੜ ਜੇਲ੍ਹ 8 ਸਾਲ ਤੋਂ ਬਾਅਦ, ਪੂਰੇ 8 ਸਾਲ ਹੋਣ ਤੋਂ ਬਾਅਦ ਮੈਨੂੰ ਅਤੇ ਮੇਰੇ ਨਾਲ ਹੋਰ ਸੀ ਜਿਹੜਾ ਗੁਰਮੀਤ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਵਾਲਾ ਪ੍ਰਧਾਨ, ਉਹਦੇ 'ਤੇ ਵੀ ਸੀ, ਅਮਰਜੀਤ ਸਿੰਘ 'ਤੇ ਵੀ ਸੀ, ਹੋਰ ਸੀਗੇ 2 ਮੁੰਡੇ। ਮਤਲਬ ਅਸੀਂ 5 ਮੁਕੱਦਮੇਬਾਰ ਸੀ। ਉਹਦੇ ਵਿੱਚ ਸਾਨੂੰ 8 ਸਾਲਾਂ ਬਾਅਦ ਅਸੀਂ ਬਰੀ ਹੋਏ ਆ। ਬਰੀ ਹੋਣ ਤੋਂ ਬਾਅਦ ਫਿਰ 1999 ਦੇ ਵਿੱਚ ਮੈਂ ਛੁੱਟ ਕੇ ਆਇਆ।
ਤੇ 1999 ਚ ਛੁੱਟ ਕੇ ਆਉਣ ਤੋਂ ਬਾਅਦ ਫਿਰ ਇੱਥੇ ਤੁਸੀਂ ਆਪ ਮੰਨ ਚੁੱਕੇ ਹੋ ਕਿ ਤੁਹਾਡਾ ਉਦੋਂ ਖਾੜਕੂਵਾਦ ਲਹਿਰ ਦੇ ਨਾਲ ਸੰਬੰਧ ਜ਼ਰੂਰ ਸੀ। ਹੁਣ ਹਾਂਜੀ, ਉਸ ਟਾਈਮ ਮਾਹੌਲ ਇੱਦਾਂ ਦਾ ਸੀ ਵੀ ਅਸੀਂ ਸਿੱਖ ਸੰਘਰਸ਼ ਦੇ ਨਾਲ ਕੁਦਰਤੀ ਜੁੜਨਾ ਹੀ ਸੀਗਾ, ਕਿਉਂਕਿ ਦਰਬਾਰ ਸਾਹਿਬ ਦੇ ਅਟੈਕ ਹੋ ਗਿਆ ਤੇ ਨਾਲ ਹੀ ਕੁਝ ਟਾਈਮ ਬਾਅਦ ਇੰਦਰਾ ਗਾਂਧੀ ਦੀ ਮਰਡਰ ਤੋਂ ਬਾਅਦ ਦੇਸ਼ ਦੇ ਵਿੱਚ ਜਿਹੜੇ ਭਿਅੰਕਰ ਕਤਲੇਆਮ ਹੋਇਆ ਸੀਗਾ। ਅਸੀਂ ਸਿੱਖ ਫੈਮਲੀਆਂ ਨੂੰ ਜਦੋਂ ਬਿਲੋਂਗ ਕਰਦੇ ਸੀ ਤੇ ਉਹ ਕੁਦਰਤੀ ਸੀਗਾ ਵੀ ਸਾਡਾ ਜਿਹੜੇ ਜਜ਼ਬਾਤ ਸੀਗੇ, ਚੜ੍ਹਦੀ ਜਵਾਨੀ ਸੀ, ਸਾਡੇ ਜਜ਼ਬਾਤ ਸਿੱਖੀ ਕਰਕੇ ਇੱਧਰ ਆਉਣੇ ਹੀ ਆਉਣੇ ਸੀਗੇ। ਸੈਣੀ ਦੇ ਖਿਲਾਫ ਕੋਈ ਹੁਣ ਸ਼ਿਕਾਇਤ ਕੀਤੀ ਤੁਸੀਂ? ਨਹੀਂ, ਸੈਣੀ ਦੇ ਖਿਲਾਫ ਮੈਂ ਕੋਈ ਸ਼ਿਕਾਇਤ ਨਹੀਂ ਕੀਤੀ। ਜਿਹੜੇ ਬੰਦੇ ਉਹਨੇ ਨਜਾਇਜ਼ ਤੌਰ 'ਤੇ ਐਨਕਾਊਂਟਰ ਕਰਕੇ ਦਿਖਾਇਆ, ਮਾਰੇ ਆ, ਜੇ ਉਹਨਾਂ ਦੇ ਘਰ ਦੇ ਕਰਨ ਕੋਈ ਸ਼ਿਕਾਇਤ ਜਾਂ ਕੋਈ ਸੰਸਥਾ ਕਰੇ, ਜਿੱਥੇ ਮੈਨੂੰ ਕੋਰਟ ਦੇ ਮਾਣਯੋਗ ਅਦਾਲਤਾਂ ਦੇ ਵਿੱਚ ਕਿਤੇ ਵੀ ਗਵਾਹੀ ਦੇਣੀ ਪਵੇ ਜਾਂ CBI ਕੋਲ ਜਾਂ ਸਿੱਟ ਕੋਲ, ਤਾਂ ਆਪਾਂ ਦੇਵਾਂਗੇ। ਬਿਲਕੁਲ ਸੱਚੀ ਗੱਲ ਆ, ਕਵਾਂਗੇ ਜੋ ਸੱਚਾ, ਜੋ ਅੱਖੀ ਦੇਖਿਆ, ਜੋ ਹੱਡੀ ਹੰਢਾਇਆ, ਉਹ ਕਹਿ ਦੇਵਾਂਗੇ। ਜਿਹੜੇ ਤੁਹਾਡੇ ਨਾਲ ਸੀਗੇ ਉਸ ਟਾਈਮ, ਜਿਨ੍ਹਾਂ ਨੇ ਸੁਮੇਧ ਸਿੰਘ ਸੈਣੀ ਦਾ ਤੁਹਾਡੇ ਨਾਲ ਜਿਹੜਾ ਤਸ਼ੱਦਦ ਹੰਢਾਇਆ, ਉਹ ਬੰਦੇ ਹੁਣ ਕੀ ਕਰ ਰਹੇ ਨੇ? ਉਹ ਹਰੇਕ ਬੰਦਾ ਆਪਣਾ ਆਪਣਾ ਕੰਮ ਕਰ ਰਿਹਾ ਜੀ। ਜਿਹੜਾ ਗੁਰਮੀਤ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦਿੱਲੀ ਯੂਨਿਟ ਦਾ ਪ੍ਰਧਾਨ ਸੀ, ਉਹ ਦਿੱਲੀ ਰਹਿੰਦਾ ਹੈ, ਉਹ ਦਿੱਲੀ ਆਪਣਾ ਕੰਮ ਕਰਦਾ। ਤੇ ਜਿਹੜਾ ਅਮਰਜੀਤ ਸਿੰਘ, ਉਹ ਇੱਥੇ ਟੈਕਸੀਆਂ ਦਾ ਕੰਮ ਕਰਦਾ। ਤੇ ਜਦੋਂ ਫਿਰ ਤੁਸੀਂ ਛੁੱਟ ਕੇ ਆਏ, ਤੁਹਾਨੂੰ ਫਿਰ ਨਹੀਂ ਤੰਗ ਕੀਤਾ ਗਿਆ ਜਾਂ ਹੁਣ ਨਹੀਂ ਤੰਗ ਕੀਤਾ ਗਿਆ ਪੁਲਿਸ ਦੇ ਵੱਲੋਂ ਕਿ ਤੁਸੀਂ ਉਸ ਟਾਈਮ ਖਾੜਕੂਵਾਦ ਲਹਿਰ ਦੇ ਨਾਲ ਜੁੜੇ ਹੋਏ ਸੀ, ਜਾਂ ਸੁਮੇਧ ਸਿੰਘ ਸੈਣੀ ਵੀ ਪੰਜਾਬ ਦੇ DGP ਬਣ ਚੁੱਕੇ ਸੀ, ਤੁਹਾਨੂੰ ਕਦੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ? ਦੇਖੋ, ਜਦੋਂ ਛੁੱਟ ਕੇ ਆਏ ਉਸ ਟਾਈਮ 'ਤੇ ਇਹਨਾਂ ਨੇ ਮੈਨੂੰ ਜ਼ਰੂਰ, ਹਰਜਿੰਦਰ ਸਿੰਘ SHO ਸੀਗੇ, ਉਹਨੇ ਬੁਲਾਇਆ ਮੈਨੂੰ। ਤੇ ਮੈਂ ਫਿਰ ਕਿਉਂਕਿ ਜਿਸ ਟਾਈਮ 'ਤੇ ਆਪਾਂ ਅੰਦਰ ਫੜ ਹੋਏ ਸੀ, ਉਸ ਟਾਈਮ 'ਤੇ ਸਰਕਾਰਾਂ ਵੀ ਹੋਰ ਸੀ, ਤੇ ਜਦੋਂ ਆਪਾਂ ਮਾਹੌਲ ਵੀ ਹੋਰ ਸੀ। ਜਦੋਂ ਫਿਰ ਮੈਂ ਮਾਨਦਾਲ ਦਾ ਇੱਕ ਜਥੇਦਾਰ ਭਾਗ ਸਿੰਘ ਇੱਥੇ ਸੀ, ਮੈਂ ਉਹਨੂੰ ਲੈ ਗਿਆ ਨਾਲ। ਉਹ ਜਥੇਦਾਰ ਭਾਗ ਸਿੰਘ ਨੇ ਪਹਿਲਾਂ ਵੀ, ਜਦੋਂ ਮੈਂ ਅੰਦਰ ਸੀ, ਜਦੋਂ ਨਜਾਇਜ਼ ਟੌਰਚਰ ਸੀ, ਉਦੋਂ ਸੁਮੇਧ ਸੈਣੀ ਤੱਕ ਵੀ ਪਹੁੰਚ ਕਰੀ ਸੀ ਉਹਨੇ। ਤੇ ਉਹ ਫਿਰ ਉਹਨੇ ਕਿਹਾ ਵੀ ਇਹ ਸਾਡੀ ਪਾਰਟੀ ਦੇ ਵਿੱਚ ਇਹਨੇ ਕੰਮ ਕਰਨਾ, ਵੀ ਇਹਨੂੰ ਹੁਣ ਤੰਗ ਨਹੀਂ ਕਰਨਾ। ਫਿਰ ਮੈਨੂੰ SP ਆਪਣਾ ਸੀ ਇੱਥੇ ਜਗਦੀਸ਼ ਸਿੰਘ ਕਾਹਲੋਂ, ਉਹਨੇ ਬੁਲਾਇਆ ਮੈਨੂੰ। ਜਗਦੀਸ਼ ਸਿੰਘ ਕਾਹਲੋਂ ਨੂੰ ਮੈਂ ਕਿਹਾ ਵੀ ਮੈਂ ਤਾਂ ਸਿਆਸੀ ਤੌਰ 'ਤੇ ਚੱਲਣਾ, ਵੀ ਮੈਨੂੰ ਪੁਲਿਸ ਤੰਗ ਨਾ ਕਰੇ। ਤੇ ਫਿਰ ਉਸ ਤੋਂ ਬਾਅਦ ਮੈਨੂੰ ਤੰਗ ਨਹੀਂ ਕਰਿਆ ਕਿਸੇ ਨੇ ਵੀ, ਪੁਲਿਸ ਨੇ। ਉਸ ਤੋਂ ਬਾਅਦ DGP ਵੀ ਰਹਿ ਚੁੱਕਿਆ, ਫਿਰ ਕਦੇ ਕੋਈ ਪਰੇਸ਼ਾਨੀ ਨਹੀਂ ਆਈ? ਨਹੀਂ, ਕੋਈ ਪਰੇਸ਼ਾਨੀ ਨਹੀਂ ਆਈ ਫਿਰ ਕਦੇ ਵੀ। ਹਰਵਿੰਦਰ ਸਿੰਘ ਜੀ, ਆਮ ਤੌਰ 'ਤੇ ਆਪਾਂ ਦੇਖਦੇ ਜਦੋਂ ਕੋਈ ਬੰਦਾ ਜੇਲ੍ਹ ਕੱਟਿਆ ਹੁੰਦਾ ਜਾਂ ਜਿਸ 'ਤੇ ਕੇਸ ਪੈ ਜਾਂਦਾ ਕੋਈ ਕਿਸੇ ਤਰ੍ਹਾਂ ਦਾ, ਤਾਂ ਸਮਾਜ ਦੇ ਵਿੱਚ ਉਸ ਦੇ ਪ੍ਰਤੀ ਨਜ਼ਰੀਆ ਬਦਲ ਜਾਂਦਾ। ਤੁਸੀਂ ਬੜਾ ਲੰਬਾ ਸਮਾਂ ਜੇਲ੍ਹ ਕੱਟ ਕੇ ਆਏ ਹੋ, ਖਾੜਕੂਵਾਦ ਲਹਿਰ ਦੇ ਨਾਲ ਵੀ ਜੁੜੇ ਰਹੇ। ਤੁਹਾਡਾ ਜਦੋਂ ਤੁਸੀਂ ਬਾਹਰ ਆਏ, ਲੋਕਾਂ ਦਾ ਨਜ਼ਰੀਆ, ਰਿਸ਼ਤੇਦਾਰਾਂ ਦਾ ਨਜ਼ਰੀਆ ਕਿਹੋ ਜਿਹਾ ਸੀ? ਦੇਖੋ, ਮੈਂ ਬਹੁਤ ਚੰਗੀ ਪਰਿਵਾਰ ਨੂੰ ਬਿਲੋਂਗ ਕਰਦਾ। ਮੇਰੇ ਦਾਦਾ ਜੀ ਫਰੀਡਮ ਫਾਈਟਰ ਸੀਗੇ, ਭਾਰਤ ਦੀ ਆਜ਼ਾਦੀ ਵਾਸਤੇ ਕੌਮੀ ਮੋਰਚਿਆਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ। ਜੈਤੂਨ ਦੇ ਮੋਰਚੇ ਦੇ ਵਿੱਚ ਉਹਨਾਂ ਨੇ ਜੇਲ੍ਹ ਕੱਟੀ, ਸਟੇਸ਼ਨ ਮਾਸਟਰ ਦੀ ਨੌਕਰੀ ਛੱਡ ਕੇ। ਸੋ ਮੈਨੂੰ ਕੋਈ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੋਈ। ਲੋਕਾਂ ਨੇ ਮੈਨੂੰ ਹੱਥਾਂ 'ਤੇ ਚੱਕਿਆ। ਲੋਕਾਂ ਨੇ ਮੈਨੂੰ ਅੱਜ ਮਤਲਬ 3 ਟਰਮਾਂ ਦੇ ਵਿੱਚ ਲਗਾਤਾਰ ਕੰਟੀਨਿਊ MC ਰਿਹਾ ਮੈਂ, ਮਿਊਨਿਸਪਲ ਕੌਂਸਲਰ। ਤੇ ਲੋਕਾਂ ਦਾ ਤਾਂ ਬਹੁਤ ਧੰਨਵਾਦ ਆ, ਜਿਨ੍ਹਾਂ ਨੇ ਮੈਨੂੰ ਜੇਲ੍ਹ 'ਚੋਂ ਆਉਣ ਤੋਂ ਬਾਅਦ ਵੀ ਅਸੀਂ ਕੋਈ ਐਸੀ ਗੱਲ ਨਹੀਂ ਹੈਗੀ, ਅਸੀਂ ਕਦੇ ਕੋਈ ਮਾੜਾ ਕੰਮ ਵੀ ਨਹੀਂ ਕੀਤਾ ਹੈਗਾ। ਕੋਈ ਖਾੜਕੂ ਸੀ, ਜਿਹੜੇ ਅਸਲ ਖਾੜਕੂ ਸੀਗੇ, ਮਿਲੀਟੈਂਟ ਜਿਹਨਾਂ ਨੂੰ ਕਹਿੰਦੇ ਆ, ਉਹ ਕਦੇ ਮਾੜਾ ਕੰਮ ਨਹੀਂ ਕਰਦੇ। ਟੈਰੋਰਿਸਟ ਜਿਹੜੇ ਅੱਤਵਾਦੀ ਹੁੰਦੇ ਆ, ਉਹ ਮਾੜਾ ਕੰਮ ਜ਼ਰੂਰ ਕਰਦੇ ਆ। ਭਾਰਤੀ ਸਟੇਟ ਦੇ ਇਹ ਅੱਤਵਾਦੀ ਸੀਗੇ, ਸੁਮੇਧ ਸੈਣੀ ਜਾਂ ਹੋਰ ਜਿੰਨੇ ਵੀ ਸੀਗੇ, ਭਾਰਤੀ ਸਟੇਟ ਵੱਲੋਂ ਇੱਕ ਅੱਤਵਾਦੀ ਸੀਗੇ, ਜਿਹੜੇ ਸਿੱਖ ਕੌਮ ਦੀ ਨਸਲਕੁਸ਼ੀ ਕਰ ਰਹੇ ਸੀ। ਹਰਵਿੰਦਰ ਸਿੰਘ ਜੀ, ਆਖਰੀ ਸਵਾਲ ਹੈ, ਜਿਹੜੀ ਤੁਸੀਂ ਆਪਣੇ 'ਤੇ ਤਸ਼ੱਦਦ ਦੀ ਸਾਨੂੰ ਕਹਾਣੀ ਦੱਸੀ ਹੈ, ਉਹ ਸੁਮੇਧ ਸਿੰਘ ਸੈਣੀ ਉਸ ਸਮੇਂ ਜਿਹੜਾ ਚੰਡੀਗੜ੍ਹ ਦੇ ਵਿੱਚ ਤਾਇਨਾਤ ਸੀ, ਤੁਹਾਡੇ 'ਤੇ ਵੀ ਤਸ਼ੱਦਦ ਉੱਥੇ ਹੀ ਹੋਇਆ। ਬਲਵੰਤ ਸਿੰਘ ਮੁਲਤਾਨੀ ਵਾਲਾ ਜਿਹੜਾ ਕੇਸ ਹੈ, ਉਹ ਵੀ ਉਦੋਂ ਹੀ ਜੁੜਿਆ ਹੋਇਆ ਜਦੋਂ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਦੇ ਵਿੱਚ ਤਾਇਨਾਤ ਸੀ। ਜਿਸ ਟਾਈਮ ਤੁਹਾਨੂੰ ਚੱਕਿਆ ਹੋਇਆ ਸੀ, ਉਹਨਾਂ ਨੇ ਤਸ਼ੱਦਦ ਕਰ ਰਹੇ ਸੀ, ਉਸ ਟਾਈਮ ਤੁਹਾਨੂੰ ਕੋਈ ਇਲਮ ਹੈ ਕੋਈ ਹੋਰ ਵੀ ਨਾਲ ਦਾ ਕੋਈ ਕੇਸ ਹੋਵੇ, ਜਾਂ ਬਲਵੰਤ ਸਿੰਘ ਮੁਲਤਾਨੀ ਕੇਸ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਕਿਸੇ ਹੋਰ ਕੇਸ ਦੇ ਨਾਲ? ਜਾਂ ਨਹੀਂ, ਬਲਵੰਤ ਸਿੰਘ ਮੁਲਤਾਨੀ ਵਾਲਾ ਕੇਸ ਤਾਂ ਸਾਡੇ ਤੋਂ ਬਾਅਦ ਹੋਇਆ। ਸਾਡੇ ਟਾਈਮ 'ਤੇ ਮੈਂ ਤੁਹਾਨੂੰ ਦੱਸਿਆ ਵੀ ਇੱਕ ਕਾਫੀ ਜਵਾਨ ਮੁੰਡਾ ਸੀਗਾ ਅੰਮ੍ਰਿਤਸਰ ਦਾ, ਨਾਂ ਤਾਂ ਉੱਥੇ ਪਤਾ ਨਹੀਂ ਸੀ ਲੱਗਦਾ, ਕਿਉਂਕਿ
ਉਹਨੂੰ ਚੱਕ ਕੇ ਉੱਧਰ ਮਾਰਦੇ ਸੀ। ਕਈ ਕਮਰੇ ਹੁੰਦੇ ਸੀਗੇ ਉੱਥੇ, ਕੋਈ ਕਿਸੇ ਨੂੰ ਚੱਕ ਕੇ ਉੱਧਰ ਕਰਦੇ ਸੀ। ਉਹਨੂੰ 2 ਦਿਨਾਂ ਦੇ ਵਿੱਚ ਉਹਨਾਂ ਨੇ ਟੌਰਚਰ ਕਰਕੇ ਇਨਕਾਊਂਟਰ ਕਰਤਾ ਸੀ। ਫਿਰ 2 ਸਾਨੂੰ ਇਹ ਪਤਾ ਲੱਗਿਆ ਸੀ ਵੀ ਇਹ ਪੁਲਿਸ ਵਾਲੇ ਆ, ਉਹ ਇਨਕਾਊਂਟਰ ਕਰਿਆ ਇਹਨਾਂ ਨੇ। ਐਨਕਾਊਂਟਰ ਕੀਤਾ ਪੁਲਿਸ ਵਾਲੇ ਸੀਗੇ 2, ਸਾਨੂੰ ਜਿਹੜਾ ਉੱਥੇ ਪਤਾ ਲੱਗਿਆ ਵੀ ਇਹ ਪੁਲਿਸ ਵਾਲੇ ਹੀ ਆ, ਇਹਨਾਂ ਨੂੰ ਚੱਕ ਕੇ ਲਿਆਏ। ਫਿਰ ਉਹ 2 ਦਿਨਾਂ ਬਾਅਦ ਸਾਨੂੰ ਉੱਥੇ ਪੁਲਿਸ ਵਾਲੇ ਹੀ ਕਹਿੰਦੇ ਹੁੰਦੇ ਸੀ ਜਿਹੜੇ ਮੁਲਾਜ਼ਮ ਸੀਗੇ ਉੱਥੇ, ਨਹੀਂ ਵੀ ਸਾਰੇ ਜ਼ਾਲਮ ਸੀਗੇ, ਕਈ ਚੰਗੇ ਵੀ ਹੁੰਦੇ ਸੀ। ਇੱਕ ਹਰਿਆਣੇ ਦਾ ਪੁਲਿਸ ਵਾਲਿਆਂ ਦਾ ਵੀ ਚੱਕ ਕੇ ਐਨਕਾਊਂਟਰ ਕਰਤਾ। ਹਾਂਜੀ ਹਾਂਜੀ ਬਿਲਕੁਲ। ਇੱਕ ਹਰਿਆਣੇ ਦਾ ਸੀ ਮੁੰਡਾ, ਕਾਂਸਟੇਬਲ ਸੀ, ਉਹ ਵਿਚਾਰਾ ਮੈਨੂੰ ਲਿਆ ਕੇ ਰੋਟੀਆਂ ਗਰਮ ਕਈ ਰੋਟੀਆਂ ਲਿਆਉਂਦਾ ਸੀ ਵੀ ਤੂੰ ਆਪਣੇ ਇੱਥੇ ਲੱਤਾਂ 'ਤੇ ਥੋੜ੍ਹਾ ਜਿਹਾ ਸੇਕ ਜਿਹਾ ਦੇ ਲਾ। ਇਹੋ ਜਿਹੇ ਚੰਗੇ ਬੰਦੇ ਵੀ ਹੁੰਦੇ ਆ, ਮਾੜੇ ਸਾਰੀ ਪੁਲਿਸ ਮਾੜੀ ਨਹੀਂ ਹੈਗੀ। ਜਿਨ੍ਹਾਂ ਦੇ ਮੂੰਹ 'ਤੇ ਖੂਨ ਲੱਗ ਗਿਆ ਸੀ ਉਹ ਜ਼ਰੂਰ ਮਾੜੀ ਸੀਗੀ। ਉਹ ਉਹਨਾਂ ਨੂੰ ਮਤਲਬ ਇੰਨਾ ਪੈਸੇ ਦਾ ਲਾਲਚ ਪੈ ਗਿਆ ਸੀ, ਕਤਲ ਕਰਨ ਦੀਆਂ ਇੱਕ ਆਦਤਾਂ ਜਿਹੀਆਂ ਬਣ ਗਈਆਂ ਸੀ ਉਹਨਾਂ ਦੀਆਂ। ਅਤੇ ਉਹਨਾਂ ਦੇ ਵਿੱਚ ਕਈ SSP ਵੀ ਸੀ, ਕਈ ਇੰਸਪੈਕਟਰ ਵੀ ਸੀਗੇ, ਕਈ DSP ਸੀ। ਤਰੱਕੀਆਂ ਉਹਨਾਂ ਨੂੰ ਮੈਡਲ ਲਵਾਉਣ ਦਾ ਵੀ ਸ਼ੌਂਕ ਸੀਗਾ, ਉਹਨਾਂ ਨੂੰ ਜ਼ਮੀਨਾਂ ਜਾਇਦਾਦਾਂ ਬਣਾਉਣ ਦਾ ਵੀ ਸ਼ੌਂਕ ਸੀ, ਪੈਸੇ ਕਮਾਉਣ ਦਾ ਸ਼ੌਂਕ ਸੀਗਾ, ਜਿਨ੍ਹਾਂ ਨੇ ਇਹ ਕੰਮ ਕਰਿਆ। ਬੜੇ ਉਸ ਟਾਈਮ ਦੇ ਵਿੱਚ ਵੀ ਤੁਸੀਂ ਅਗਰ ਦੇਖੋ, ਨਿਰਪੱਖ ਆਪਾਂ ਦੇਖੀਏ ਤਾਂ ਉਸ ਟਾਈਮ ਦੇ ਵਿੱਚ ਵੀ ਕਈ ਇਹੋ ਜਿਹੇ ਅਫਸਰ ਸੀ ਜਿਹੜੇ ਕਹਿੰਦੇ, ਜਿਨ੍ਹਾਂ ਨੂੰ ਕਹਿ ਦਿੰਦੇ ਨਾ ਵੀ ਖੂੰਜੇ ਲੈਣ ਲਾਏ ਹੋਏ ਆ। ਉਹ ਖੂੰਜੇ ਲੈਣ ਨਹੀਂ ਹੁੰਦੇ, ਅਸਲ ਵਿੱਚ ਹੁੰਦੇ ਤਾਂ ਉਹ SSP ਲੈਵਲ ਦੇ ਹੀ ਆ। ਜਾਂ ਉਹਨਾਂ ਨੂੰ ਸਿਰਫ ਇਹ ਹੁੰਦਾ ਵੀ ਉਹਨਾਂ ਨੂੰ ਲਾਲਚ ਨਹੀਂ ਹੁੰਦਾ, ਉਹ ਚਾਰਾ ਜੋਈਓ ਨਹੀਂ ਕਰਦੇ, ਉਹ ਪੈਸਾ ਦੇ ਕੇ ਇਹੋ ਜਿਹੇ ਅਹੁਦਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਹੈਗੇ। ਉਸ ਟਾਈਮ 'ਤੇ ਹੁੰਦਾ ਸੀ ਵੀ ਜਿਹੜਾ ਕਾਤਲ ਵੱਧ ਤੋਂ ਵੱਧ ਕਤਲ ਕਰੂੰਗਾ ਉਹਨੂੰ SSP ਲਾਇਆ ਜਾਂਦਾ ਸੀ, ਉਹਨਾਂ ਨੂੰ ਇੰਸਪੈਕਟਰ ਲਾਇਆ, SHO ਲਾਇਆ ਜਾਂਦਾ ਸੀ। ਮਤਲਬ ਇਹ ਸੀ ਜਿਹੜਾ ਨਾ ਉਸ ਟਾਈਮ ਦੇ ਹਾਲਾਤਾਂ ਦਾ ਵਰਣਨ। ਤਾਂ ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤਾਂ ਇਹ ਸਨ ਹਰਵਿੰਦਰ ਸਿੰਘ, ਜਿਨ੍ਹਾਂ ਨੇ 1991 ਦੇ ਵਿੱਚ, ਜਿਸ ਟਾਈਮ ਜਿਹੜੇ ਸੁਮੇਧ ਸਿੰਘ ਸੈਣੀ ਸੀ ਚੰਡੀਗੜ੍ਹ ਦੇ ਵਿੱਚ SSP ਸੀ, ਉਸ ਮੌਕੇ ਇਹਨਾਂ ਨੇ ਸੁਮੇਧ ਸਿੰਘ ਸੈਣੀ ਦਾ ਜਿਹੜਾ ਤਸ਼ੱਦਦ ਸੀ ਉਹ ਆਪਣੇ ਪਿੰਡੇ 'ਤੇ ਹੰਢਾਇਆ। ਇਹਨਾਂ ਦੇ ਕੁਝ ਸਾਥੀਆਂ ਨੇ ਵੀ ਹੰਢਾਇਆ। ਉਹ ਤਸ਼ੱਦਦ ਦੀ ਕਹਾਣੀ ਇਹਨਾਂ ਨੇ ਪੂਰੀ ਬਿਆਨ ਕੀਤੀ ਹੈ। ਲੂੰ ਕੰਡੇ ਕਰ ਦੇਣ ਵਾਲੀ, ਖੜੇ ਕਰ ਦੇਣ ਵਾਲੀ ਜਿਹੜੀ ਇਹ ਕਹਾਣੀ ਸੀਗੀ। ਫਿਲਹਾਲ ਦੇ ਲਈ ਇਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ CBI ਜਾਂ ਕੋਈ ਹੋਰ ਜਿਹੜੀ ਏਜੰਸੀ ਹੈ, ਜੇਕਰ ਸੁਮੇਧ ਸਿੰਘ ਸੈਣੀ ਦੇ ਖਿਲਾਫ ਕਿਸੇ ਤਰ੍ਹਾਂ ਦੇ ਬਿਆਨਬਾਜ਼ੀ ਜਾਂ ਸੱਚ ਦੱਸਣ ਦੀ ਕੋਈ ਇਹਨਾਂ ਨੂੰ ਸਾਦੀ ਹੈ ਤਾਂ ਉਹ ਵੀ ਸਭ ਕਾਸੇ ਲਈ ਤਿਆਰ ਨੇ। ਕੈਮਰਾਮੈਨ ਗੁਰਦੀਪ ਸਿੰਘ ਦੇ ਨਾਲ ਸੁਖਵਿੰਦਰ ਸਿੰਘ ਸਿੱਧੂ, ਰੋਜ਼ਾਨਾ ਲੋਕਨਾਥ TV, ਰੋਪੜ।